नमस्कार, आप देख रहे हैं GBN 24 न्यूज। मैं हूं राशि और आइए खबरों की शुरुआत करेंगे। परिवार को अच्छा भविष्य देने की उम्मीद में रोजगार की तलाश में विदेश गए जिला गुरदासपुर के बटाला के गांव और ठलियाला नजारा के युवक सुखराज सिंह की उम्मीदें सफल नहीं हो पाई। आबू धाबी में रहते हुए सुखराज सिंह की नियति ने कुछ ऐसा क्रूर मजाक कर दिया कि भविष्य में ही वो अपनी ऐसी हालात से बाहर निकल पाए। वहां रहने के दौरान उनकी मानसिक स्थिति खराब हो गई और वो दुबई पहुंच गए, जिसके बाद अब परिवार ने भारत सरकार से उन्हें दुबई से वापस अपने वतन लाने की मांग की है। जानकारी के अनुसार सुखराज सिंह पिता पूर्ण सिंह और चाचा हरदेव सिंह और बहन रणजीत कौर ने बताया कि सुखराज परिवार की आर्थिक हालत सुधारने की खातिर रोजगार के लिए 2018 में आबू धाबी गया था, जहां पर उसे उचित रोजगार मिल गया था, जिससे सभी लोग खुश थे। लेकिन 2021 का नया साल ऐसे आया कि सबकी खुशियां छिन गई। करीब 7 महीने पहले सुखराज की मां निर्मल कौर का देहांत हो गया। मां की मौत की खबर मिलने से सुखराज को गहरा सदमा लग गया और वो लगातार सदमे में रहने लगा। करीब 4 महीने पहले सुखराज की मानसिक हालत बहुत खराब हो गई। बिना दस्तावेज लिए सुखराज आबू धाबी में अपना घर छोड़कर लावारिसों की तरह सड़कों पर भटकने लगा। इसी तरह भटकते हुए वो दुबई पहुंच गया। दुबई में वो सड़क पर बेसुध पड़ा हुआ है और रात होने के कारण वो एक ट्रक से कुचले जाने से बाल बाल बच गया। पंजाबी ट्रक ड्राइवर ने नीचे उतरकर उसे संभाला। पूछने पर सुखराज ने ट्रक ड्राइवर को अपना गांव ढलियाला नजारा का पता दिया। अच्छी बात ये रही कि सुखराज की वीडियो बनाकर उसने रिश्तेदारों को भेजी, जिससे सुखराज की हालत का परिवार को पता चल सका। सुखराज की हालत खराब बनी हुई है। अब परिवार सुखराज को वापस भारत लाने की गुहार लगा रहा है। वहीं परिवार के लोगों ने दुबई के PCT ह्यूमैनिटी के बटाला में प्रतिनिधि शहरी कलसी से संपर्क किया। शहरी कलसी ने परिवार की मदद के लिए मीडिया का सहारा लिया। साथ ही दुबई में PCT ह्यूमैनिटी के साथियों के साथ बात की। वहीं पूर्ण सिंह ने भारत और पंजाब सरकार से अपील की है कि उसके बेटे को जल्द ही भारत लाया जाए। ਜਦੋਂ ਮੁਸ਼ਕਿਲ ਹੋਵੇ ਪਰਿਵਾਰ ਦੇ ਉੱਤੇ ਤੇ ਸਹਾਰਾ ਜ਼ਰੂਰ ਲੱਭਦਾ। ਹੋ ਸਕਦਾ ਇਹਨਾਂ ਨੂੰ ਕਿਸੇ ਨੇ ਦੱਸਿਆ ਹੋਵੇ, ਇਹਨਾਂ ਨੇ ਸਾਡੇ ਤੱਕ ਪਹੁੰਚ ਕੀਤੀ, ਮੇਰੇ ਤੱਕ। ਤੇ ਜਦੋਂ ਇਹਨਾਂ ਨੇ ਪਹੁੰਚ ਕੀਤੀ ਤੇ ਮੈਂ ਸਾਡੇ PCT ਹਿਊਮੈਨਿਟੀ, ਕਿਉਂਕਿ ਆਪਾਂ ਅੱਗੇ ਵੀ ਬਾਹਰੋਂ ਵਿਦੇਸ਼ਾਂ ਦੇ ਵਿੱਚੋਂ ਫਸੇ ਹੋਏ ਜਿਹੜੇ ਕਈ ਡੈੱਡ ਬੋਡੀਆਂ ਜਾਂ ਕਈਆਂ ਨੂੰ ਬੁਲਾਇਆ, ਲੈ ਕੇ ਆਏ ਜੀ ਆਪਾਂ। ਔਰ ਇਹ ਪਹੁੰਚੇ ਸੀ ਸਾਡੇ ਕੋਲ ਕਿਸੇ ਆਸ ਦੀ ਨਿਗਾਹ ਕਰਕੇ। ਔਰ ਜਦੋਂ ਇਹ ਪਹੁੰਚੇ ਨੇ, ਮੈਂ ਤੁਰੰਤ ਜੋਗਿੰਦਰ ਸਲਾਰੀਆ ਜੀ ਨਾਲ ਗੱਲ ਕੀਤੀ, ਜਿਹੜੇ ਸਾਡੇ ਚੇਅਰਮੈਨ ਨੇ PCT ਹਿਊਮੈਨਿਟੀ ਦੇ। ਔਰ ਉਹਨਾਂ ਨੇ ਵੀ ਤੁਰੰਤ ਆਪਣਾ ਐਕਸ਼ਨ ਜਿਹੜਾ ਲੈਣਾ ਸ਼ੁਰੂ ਕਰ ਦਿੱਤਾ। ਔਰ ਇਸ ਤਹਿਤ ਮੈਂ ਜੋ ਸੋਚਿਆ, ਮੈਂ ਕਿਹਾ ਵੀ ਇੱਕ ਮੀਡੀਆ ਦਾ ਸਹਾਰਾ ਜਿਹੜਾ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਜਿਹੜੇ ਰੁਕੇ ਅੜੇ ਕੰਮ ਨੇ, ਜਦੋਂ ਮੀਡੀਆ ਨਾਲ ਖੜ ਜਾਂਦਾ ਉਦੋਂ ਉਹ ਵੀ ਨਿਕਲ ਜਾਂਦੇ। ਪਰ ਸਾਡੀ ਕੋਸ਼ਿਸ਼ ਇਹ ਆ ਵੀ ਇਸ ਪਰਿਵਾਰ ਨੂੰ ਇਹਨਾਂ ਦਾ ਜਿਹੜਾ ਉਹ ਜੀ ਮਿਲੇ, ਕਿਉਂਕਿ ਘਰ ਦੇ ਹਾਲਾਤ ਬਹੁਤ ਮਾੜੇ ਨੇ। ਦੁੱਖ ਦੀ ਗੱਲ ਇਹ ਆ ਵੀ ਕਰਜ਼ਾ ਚੁੱਕ ਕੇ ਬੱਚਾ ਭੇਜਿਆ ਸੀ, ਉਹ ਕਰਜ਼ਾ ਵੀ ਨਹੀਂ ਲੱਥਾ ਤੇ ਬੱਚਾ ਵੀ ਜਿਹੜਾ ਵਾ 1.5 ਸਾਲ ਹੋ ਗਿਆ ਦਰ ਦੇ ਧੱਕੇ ਖਾ ਰਿਹਾ। ਔਰ ਸਲਾਰੀਆ ਸਾਹਿਬ ਨਾਲ ਮੇਰੀ ਗੱਲ ਹੋਈ ਜਦੋਂ, ਉਹਨਾਂ ਨੇ ਕੋਸ਼ਿਸ਼ ਕੀਤੀ, ਕਹਿੰਦੇ ਵੀ ਮੈਂ ਕੰਪਨੀ ਤੱਕ ਸਾਰਾ ਕਰਕੇ ਆਪਾਂ ਕੋਸ਼ਿਸ਼ ਕਰਾਂਗੇ ਵੀ ਮੀਡੀਆ ਦੇ ਨਾਲ ਸਹਾਰਾ ਲੈ ਕੇ ਵੀ 2 ਹਫ਼ਤਿਆਂ ਦੇ ਵਿੱਚ ਜਿਹੜਾ ਇਹਨਾਂ ਦਾ ਬੱਚਾ ਵਾ ਉਹ ਵਾਪਸੀ ਆਪਾਂ ਇਹਨਾਂ ਦੇ ਹਵਾਲੇ ਕਰ। ਮੇਰਾ ਛੋਟਾ ਭਰਾ ਸੁਖਰਾਜ ਸਿੰਘ, ਉਹਨੂੰ ਸਰ ਬਾਹਰ ਗਏ ਨੂੰ 2.5 ਸਾਲ। ਸਰ 7ਵੇਂ ਮਹੀਨੇ ਦੀ 20 ਤਰੀਕ ਨੂੰ ਮੇਰੀ ਮੰਮੀ ਦੀ ਡੈਥ ਹੋਈ। ਉਹਨਾਂ ਨਾਲ ਪਹਿਲਾਂ ਗੱਲਬਾਤ ਕਰਦਾ ਹੁੰਦਾ ਸੀ ਤੇ ਬਾਅਦ ਜਦੋਂ ਉਹਦੀ ਮੰਮਾ ਦੀ ਡੈਥ ਹੋ ਗਈ, ਉਸ ਤੋਂ ਬਾਅਦ ਉਹਨੇ ਫੋਨ ਕਨੈਕਟ ਕਰਨਾ ਵੀ ਨਹੀਂ ਰੱਖਿਆ। 5-6 ਮਹੀਨੇ ਹੋ ਗਏ ਸਾਰਾ ਇਹਨੂੰ ਫੋਨ ਕਰਦੇ, ਕੋਈ ਇਹੋ ਜਿਹਾ ਜਵਾਬ ਨਹੀਂ ਮਿਲਦਾ ਹੈਗਾ। ਨਾ ਕੋਈ ਫੋਨ ਹੀ ਕਰਦਾ, ਨਾ ਫੋਨ ਚੁੱਕਦਾ ਹੈਗਾ ਵਾ। ਪਤਾ ਹੀ ਨਹੀਂ ਸਰ ਕੀ ਹੋ ਗਿਆ ਤੇ ਕੀ ਨਹੀਂ। ਇਹ ਅਸੀਂ ਕਹਿੰਦੇ ਕਿ ਪਤਾ ਨਹੀਂ ਕੀ ਹੋ ਗਿਆ ਤੇ ਕੀ ਨਹੀਂ। ਇਹਨੂੰ ਕਿਹੜੇ ਹਾਲਾਤਾਂ 'ਚ ਭੇਜਿਆ ਸੀ ਬਾਹਰ? ਸਰ ਹਾਲਾਤ ਸੀ ਉਦੋਂ ਜਦੋਂ ਸੋਚ ਕੇ ਬਾਹਰ ਭੇਜਿਆ? ਸਰ ਅਸੀਂ ਕਹਿੰਦੇ ਕਿ ਚੱਲ ਸਾਨੂੰ ਸੁੱਖ ਦੇਵੇ, ਕਾਰੋਬਾਰ 'ਚ ਵਾਧਾ ਕਰੇ ਪ੍ਰਮਾਤਮਾ ਵੱਲੋਂ। ਬਹੁਤ ਅਸੀਂ ਤਾਂ ਕਹਿੰਦੇ ਆ ਸਾਰੇ ਰੱਖੀਆਂ, ਪਰ ਸਾਰੇ ਇਹਨੇ ਸਵਾਦਾ ਜ਼ਿਆਦਾ ਇੱਕ ਬਹੁਤ ਹਾਲਤ ਮਾੜੀ ਹੋ ਗਈ ਆ ਮੇਰੇ ਭਰਾ ਦੀ ਜ਼ਿਆਦਾ। ਹੁਣ ਉਹ 'ਤੇ ਜ਼ਿਆਦਾ ਕਰਨ, ਉਹ ਇੱਧਰ ਨਾਲੋਂ ਉੱਧਰ ਦਾ ਜ਼ਿਆਦਾ ਕੰਮ ਖਰਾਬ ਹੋ ਗਿਆ ਉਹਦਾ। ਤੁਹਾਨੂੰ ਕਿਵੇਂ ਪਤਾ ਲੱਗਿਆ ਇਹਨਾਂ ਦੇ ਹਾਲਾਤ? ਉਦੋਂ ਕੋਈ ਵੀਡੀਓ ਆਈ ਜਾਂ ਕੋਈ ਫੋਟੋ? ਸਰ ਵੀਡੀਓ ਭੇਜੀ ਜੋ। ਕਿਹਨਾਂ ਨੇ ਭੇਜੀ? ਸਰ ਸਾਡੇ ਲਾਗਲੇ ਪਿੰਡ ਵਾਲੇ ਉਹਨਾਂ ਭੇਜੀ ਆ। ਕੀ ਕਹਿੰਦੇ ਨੇ ਵੀਡੀਓ ਵਿੱਚ, ਕੀ ਦੱਸਿਆ ਉਹਨਾਂ ਨੇ? ਸਰ ਉਹਨਾਂ ਨੇ ਕਿਹਾ ਕਿ ਮੇਰੀ ਦਿਮਾਗੀ ਹਾਲਤ ਬਹੁਤ ਜ਼ਿਆਦਾ ਵਿਗੜ ਗਈ ਆ, ਮੈਂ ਰੂਮ 'ਚੋਂ ਬਾਹਰ ਰਹਿਣ ਡਿਆ ਵਾਂ, ਖਾਣ ਪੀਣ ਦਾ ਵੀ ਕੁਛ ਢੰਗ ਨਹੀਂ ਹੈਗਾ। ਰੋਈ ਜਾਂਦਾ ਵਾ ਕਿ ਮੈਂ ਪਿੰਡ ਆਉਣਾ, ਮੈਂ ਪਿੰਡ ਆਉਣਾ। ਇੰਨਾ ਦਿਮਾਗ 'ਤੇ ਜ਼ਿਆਦਾ ਪ੍ਰੈਸ਼ਰ ਪੈ ਗਿਆ ਕਿ ਬਹੁਤ ਜ਼ਿਆਦਾ। ਅਸੀਂ ਹੁਣ ਕਹਿੰਦੇ ਆ ਕਿ ਵੀ ਇੱਥੋਂ ਜਲਦ ਤੋਂ ਜਲਦੀ ਇੱਥੇ ਆ ਜਾਏ। ਕਿੰਨੇ ਪੈਸੇ ਲਗਾ ਕੇ ਭੇਜਿਆ ਸੀ? ਸਰ 60,000 ਰੁਪਇਆ। ਕਿਵੇਂ ਪ੍ਰਬੰਧ ਕੀਤਾ ਸੀ? ਸਰ ਮਜ਼ਦੂਰੀ ਕਰਕੇ ਮਿਹਨਤ ਕਰਦੇ ਹਾਂ।
ਕੀ ਚਾਹੁੰਦੇ ਹੋ ਹੁਣ ਤੁਸੀਂ? ਅਸੀਂ ਚਾਹੁੰਦੇ ਹਾਂ ਕਿ ਘਰ ਆ ਜੀ ਵਾਪਸ। ਨਾਂ ਸਤਰਾਜ ਹੈ ਜੀ, ਤੇ ਇਹਨੂੰ ਆਪਾਂ ਉੱਥੇ ਦੁਬਈ ਆਬੋ ਧਾਬੀ ਦਿਆ ਸੀ ਜੀ। ਉਦਨਵਾਲ ਦਾ ਏਜੰਟ ਸੀ ਜਿਹਨੇ ਇਹਨੂੰ ਭੇਜਿਆ, ਤੇ 60,000 ਰੁਪਇਆ ਵਿਆਜੀ ਲੈ ਕੇ ਦਿੱਤਾ ਸੀ ਜੀ। ਕਿੰਨਾ ਚਿਰ ਹੋ ਗਿਆ ਗਿਆ? ਇਹ 10ਵੇਂ ਮਹੀਨੇ ਦੀ 10 ਤਰੀਕ ਨੂੰ ਦਾ 2018 ਦੇ ਵਿੱਚ। ਕਿੰਨੇ ਸਾਲ ਹੋ ਗਏ ਤਕਰੀਬਨ? 2.5 ਸਾਲ ਹੋ ਚੱਲੇ ਹੋਣੇ। ਤੇ ਹੁਣ ਕੀ ਮੁਸ਼ਕਲ ਆਈ ਹੈ ਤੁਹਾਨੂੰ? ਮੁਸ਼ਕਿਲ ਇਹ ਆ ਵੀ 7ਵੇਂ ਮਹੀਨੇ ਦੇ 20 ਤਰੀਕ ਵਾਲੇ ਦਿਨ ਉਹਦੀ ਮਾਂ ਦੀ ਡੈਥ ਹੋਈ ਨਾ ਜਦੋਂ, ਬਾ ਉਹ ਇਹਨੂੰ ਪਤਾ ਲੱਗਾ ਉਦੋਂ ਤੇ ਇਹਦੇ ਹਾਲਾਤ ਵਿਗੜਦੇ, ਉਦੋਂ ਬਾਅਦ ਫੋਨ ਨਹੀਂ ਕੀਤਾ ਸਾਨੂੰ ਇਹਨੇ। ਹੁਣ ਤੁਹਾਨੂੰ ਕੀ ਪਤਾ ਲੱਗਾ ਇਹਨਾਂ ਦੇ ਬਾਰੇ ਉੱਥੇ? ਪਤਾ ਲੱਗਾ ਵੀ ਉੱਥੇ ਤੇ ਆਬੋ ਧਾਬੀ ਤੋਂ ਸੋਨਾਪੁਰ ਸ਼ਹਿਰ ਉਹਦੇ ਵਿੱਚ ਆ ਗਿਆ ਪੈਦਲ ਹੀ, ਪਤਾ ਨਹੀਂ ਕਿੱਦਾਂ ਆ ਗਿਆ। ਉਹ ਲਾਦੇ ਦਿਵਾਂਢ ਸਾਡੇ ਹਰਦਾਨ ਪਿੰਡ ਆ, ਉਹਨਾਂ ਬੰਦਿਆਂ ਦੱਸਿਆ ਵੀ ਆਹ ਬੰਦਾ, ਇਹਨੂੰ ਦੱਸਿਆ ਵੀ ਮੇਰਾ ਆਹ ਪਿੰਡ ਆ। ਉਹਨਾਂ ਦੱਸਿਆ ਵੀ ਤੁਹਾਡਾ ਮੁੰਡਾ ਵਾ, ਅਸੀਂ ਤੇ ਪਛਾਣ ਤੇ ਸਾਡਾ ਹੀ। ਠੀਕ, ਕੀ ਚਾਹੁੰਦੇ ਹੋ ਤੁਸੀਂ ਹੁਣ? ਹੁਣ ਅਸੀਂ ਤੇ ਇਹੋ ਹੱਥ ਜੋੜ ਕੇ ਬੇਨਤੀ ਚਾਹੁੰਦੇ ਵੀ ਉੱਧਰੋਂ ਆਇਆ ਜਾਵੇ। ਹਾਲਾਤ ਕਿੱਦਾਂ ਦੇ ਨੇ ਉੱਧਰ ਇਹਨਾਂ ਦੇ? ਹਾਲਾਤ ਤੇ ਦਿਮਾਗੀ ਹਾਲਾਤ ਅਜੇ ਵੀ ਵਿਗੜੇ ਆ ਜੀ। ਮੈਨੂੰ ਵੀਡੀਓ ਆਈ ਹੈ ਜੀ, ਕਿੱਥੋਂ? ਲਾਗਲੇ ਪਿੰਡ ਦੇ ਬੰਦੇ ਸੀਗੇ, ਉਹਨਾਂ ਦਾ ਕੋਈ ਰਿਸ਼ਤੇਦਾਰ ਸੀਗੇ ਜੀ ਡਬਈ, ਉਹਨਾਂ ਨੇ ਵੀਡੀਓ ਪਾਈ ਹੈ। ਉਹਨਾਂ ਦੇ ਪਹੁੰਚਦੇ ਮੇਰੇ ਕੋਲ ਆਈ ਹੈ ਜੀ। ਮੈਂ ਦੇਖੀ ਹੈ, ਉਹਨਾਂ ਦੇ ਵਿੱਚ ਵੀਡੀਓ ਦੇ ਵਿੱਚ ਇਹ ਦੱਸ ਰਿਹਾ, ਉਹ ਪੁੱਛ ਰਹੇ ਨੇ ਵੀ ਤੇਰਾ ਪਿੰਡ ਕਿਹੜਾ, ਕਿੱਥੋਂ ਦਾ ਰਹਿਣ ਵਾਲਾ। ਜਿਸ ਤਰ੍ਹਾਂ ਬੰਦਾ ਬਖਲਾਇਆ ਹੁੰਦਾ ਪਾਗਲਾਂ ਵਾਂਗੂ ਮਾੜਾ ਮੋਟਾ ਐਡਰੈਸ ਦਿੰਦਾ ਜੀ, ਮਾੜਾ ਮੋਟਾ ਐਡਰੈਸ ਦਿੰਦਾ ਵੀ ਮੇਰਾ ਪਿੰਡ ਆ ਵਾ, ਇੱਥੇ ਦਾ ਰਹਿਣ ਵਾਲਾ ਵਾ। ਉਹ ਪੁੱਛਦੇ ਨੇ ਬਾਰ-ਬਾਰ ਤੇਰਾ ਕੋਈ ਮਾਂ ਕੋਈ ਪਿਓ, ਤੈਨੂੰ ਪਤਾ? ਕਹਿੰਦਾ ਮੈਨੂੰ ਕੋਈ ਪਤਾ ਨਹੀਂ। ਇੱਕ ਇਹਦਾ ਮਾਮਾ ਉੱਥੇ ਰਹਿ ਰਿਹਾ ਜੀ, ਉਹਦਾ ਵੀ ਨਾਂ ਕੋਈ ਨੰਬਰ ਨਹੀਂ, ਕੋਈ ਇਹਨੂੰ ਪਤਾ ਨਹੀਂ ਥਾਂ ਟਿਕਾਣਾ ਵੀ ਕੀ ਹੈ ਕੀ। ਪਿੱਛੇ ਘਰ ਦੇ ਕੀ ਹਾਲਾਤ ਨੇ? ਘਰ ਦੇ ਹਾਲਾਤ ਬਹੁਤ ਜ਼ਿਆਦਾ ਮਾੜੇ ਨੇ, ਬਹੁਤ ਜ਼ਿਆਦਾ ਜੀ। ਤੇ ਆ ਵੀਰੋ ਮੁੰਡਾ ਪੰਜਾਬੀ ਤੇ ਜਿਹੜੀ ਦਿਮਾਗੀ ਹਾਲਤ ਠੀਕ ਨਹੀਂ ਹੈਗੀ, ਤੇ ਆ ਭਾਈ ਦੀ ਸਪੋਰਟ ਦੇ ਨਾਲ ਆਪਾਂ ਇਹਨੂੰ ਮਿਲੇ ਆ। ਭਾਈ ਦੱਸ ਵੀ ਹੁਣ ਭਾਈ ਇਹਦਾ ਕਿਹੜਾ ਏਰੀਆ, ਕਿਹੜਾ ਵੀਰ ਦਾ? ਭਾਜੀ ਇਹਦਾ ਏਰੀਆ ਵੀਰ ਦਾ ਬਟਾਲਾ ਜੀ, ਤੇ ਆਪਣਾ ਜੀ ਸੋਨਾਪੁਰ ਇਹ ਆਪਾਂ ਨੂੰ ਮਿਲਿਆ ਜੀ ਮੈਡੀਕਲ ਸੈਂਟਰ ਦੇ ਲਾਗੇ। ਹਾਂਜੀ ਜੀ, ਇਹ ਆਪਾਂ ਡਿਊਟੀ ਤੋਂ ਆਏ ਤੇ ਇਹ ਦਿਮਾਗੀ ਹਾਲਤ ਥੋੜੀ ਪ੍ਰੋਬਲਮ ਹੈ, ਇਹਨੂੰ ਕਾਬੂ ਦਾ ਵੀ ਚੜ੍ਹਿਆ ਵੀਰ। ਤੇ ਉਹ ਆਪਣਾ ਹੁਣ ਪੈਂਦਾ ਜੀ ਫੁੱਟਪਾਥ ਦੇ ਉੱਤੇ ਪੈਂਦਾ ਰਾਤ ਨੂੰ। ਆਪਾਂ ਇਹ ਵੀਰੇ ਆਪਣੇ ਬਾਹਰ ਹੀ ਪੈਂਦਾ ਆ, ਨਾ ਕੋਈ ਥਾਂ ਨਾ ਕੋਈ ਟਿਕਾਣਾ ਆ। ये अपना पंजाबी। कुछ दिन पहले मनोट में भाजपा के विधायक अरुण नारंग पर हुए जानलेवा हमले के विरोध में आज भाजपा महिला मोर्चा ने गुरुदासपुर के दफ्तर के आगे रोष प्रदर्शन किया और डीसी गुरदासपुर के द्वारा पंजाब सरकार को चूड़ियां भेजी। इस मौके पर भाजपा महिला मोर्चा गुरुदासपुर की जिला प्रधान कुलविंदर कौर ने कहा कि विधायक अरुण नारंग पर कांग्रेस सरकार की तरफ से हमला करवाया गया है। उन्होंने कहा कि पंजाब में अमन कानून की स्थिति बहुत बिगड़ गई है, इसलिए कैप्टन सरकार चूड़ी डालकर घर बैठ जाए यदि विधायक की रक्षा नहीं कर सकती। इसकी और जानकारी देते हुए भाजपा महिला मोर्चा गुरुदासपुर की जिला प्रधान कुलविंदर कौर ने कहा कि आज वो डिप्टी कमिश्नर गुरदासपुर के द्वारा पंजाब सरकार को चूड़ी भेजने के लिए आए हैं। उन्होंने कहा कि पंजाब में अमन कानून की स्थिति पूरी तरीके से खराब है। उन्होंने कहा कि पंजाब में एक आम नागरिक से लेकर विधायक तक सुरक्षित नहीं है, इसलिए उन्होंने मुख्यमंत्री कैप्टन अमरिंदर सिंह को चूड़ियां भेजी हैं और वो चूड़ियां डालकर घर में बैठ जाएं यदि किसी की सुरक्षा नहीं कर सकते। उन्होंने कहा कि पूर्व विधायक अरुण नारंग पर कांग्रेस सरकार ने हमला करवाया है और बदनाम करने की किसानों को किया जा रहा है। जब उनसे पूछा गया कि किसान नेता राकेश टिकैत पर हमला किसने करवाया है, तो उन्होंने कहा कि वो इस बारे में कुछ नहीं कहना चाहते, इसकी जांच की जा रही है। ਅੱਜ ਅਸੀਂ ਜਿਹੜਾ ਸਾਡੇ ਵਿਧਾਇਕ ਨਾਰੰਗ ਜੀ ਤੇ ਇੰਨਾ ਘਿਨਾਉਣਾ ਜਿਹੜਾ ਹੈਗਾ ਹਮਲਾ ਹੋਇਆ ਆ, ਉਹਦੇ ਮੁਤਾਲਿਕ ਅਸੀਂ ਡੀਸੀ ਸਾਹਿਬ ਨੂੰ ਚੂੜੀਆਂ ਭੇਂਟ ਕਰਨ ਆਏ ਆ ਕਿ ਜੇ ਕੈਪਟਨ ਸਰਕਾਰ ਦੇ ਕੋਲ ਹੁਣ ਹੋਰ ਕੋਈ ਰਾਹ ਨਹੀਂ ਰਿਹਾ, ਵਿਧਾਇਕਾਂ ਦੀ ਪ੍ਰੋਟੈਕਸ਼ਨ ਦਾ ਰਾਹ ਨਹੀਂ ਰਿਹਾ, ਬੇਟੀਆਂ ਦੀ ਸੇਫਟੀ ਦਾ ਰਾਹ ਨਹੀਂ ਰਿਹਾ, ਨਸ਼ਿਆਂ ਦਾ ਰਾਹ ਨਹੀਂ ਰਿਹਾ, ਤੇ ਤੁਸੀਂ ਸਰਕਾਰ ਜਿਹੜੀ ਆ ਉਹ ਚੂੜੀਆਂ ਪਾ ਕੇ ਬੈਠ ਜਾਓ ਤੇ ਘਰਾਂ ਵਿੱਚੋਂ ਔਰਤਾਂ ਜਿਹੜੀਆਂ ਨੇ ਉਹ ਬਾਹਰ ਆ ਜਾਂਦੀਆਂ ਆ ਰੱਖਿਆ ਕਰਨ ਵਾਸਤੇ। ਕਿਉਂਕਿ ਸਰਕਾਰ ਜਿਹੜੀ ਇਹ ਕੈਪਟਨ ਸਰਕਾਰ ਆ, ਇਹ ਪੂਰੀ ਤਰ੍ਹਾਂ ਜਿਹੜੀ ਆ ਉਹ ਨਿਕੰਮੀ ਤੇ ਫੇਲ ਹੋ ਚੁੱਕੀ ਸਰਕਾਰ ਆ, ਉਹ ਇਹਨਾਂ ਨੇ ਸਾਬਤ ਕਰ ਹੀ ਦਿੱਤਾ ਹੈ। ਅੱਜ ਅਗਰ ਬੀਜੇਪੀ ਦੇ ਕਿਸੇ ਵਿਧਾਇਕ ਦੇ ਉੱਤੇ ਹਮਲਾ ਹੁੰਦਾ ਹੈ ਤੇ ਕੱਲ ਨੂੰ ਕਾਂਗਰਸ ਸਰਕਾਰ ਦੇ ਵਿਧਾਇਕਾਂ ਤੇ ਵੀ ਇਸੇ ਤਰ੍ਹਾਂ ਹਮਲਾ ਹੋਏਗਾ।
परसों नूं अकाली दल ਦੇ ਵਿਧਾਇਕਾਂ ਦੇ ਉੱਤੇ ਵੀ ਇਸੇ ਤਰ੍ਹਾਂ ਹੀ ਹਮਲਾ ਹੋਏਗਾ। ਇਹ ਲਗਾਤਾਰ ਜੇ ਹਮਲੇ ਹੁੰਦੇ ਰਹੇ ਤੇ ਲੋਕਤੰਤਰ ਦੀ ਜਿਹੜੀ ਆ ਇਹ ਹੱਤਿਆ ਦਿਨ ਬ ਦਿਨ ਵੱਧਦੀ ਜਾਏਗੀ। ਇਸ ਕਰਕੇ ਜਦੋਂ ਵੀ ਕੈਪਟਨ ਸਰਕਾਰ ਆਈ ਹੈ ਉਦੋਂ ਹੀ ਦੰਗੇ ਫਸਾਦ ਜਿਹੜੇ ਨੇ ਉਹਨਾਂ ਨੇ ਪਹਿਲ ਦੇ ਆਧਾਰ ਤੇ ਲਿਆਂਦੇ ਨੇ। 4 ਸਾਲ ਤੁਸੀਂ ਪਿੱਛੇ ਜਾ ਕੇ ਦੇਖ ਲਓ, ਜਿੰਨੇ ਵੀ ਕੈਪਟਨ ਸਰਕਾਰ ਨੇ ਵਾਅਦੇ ਕੀਤੇ ਸੀ ਉਹ ਵਾਅਦਿਆਂ ਤੇ ਬਿਲਕੁਲ ਖੋਖਲੀ ਤੇ ਨਿਕੰਮੀ ਸਰਕਾਰ ਜਿਹੜੀ ਆ ਉਹ ਸਾਬਤ ਹੋ ਚੁੱਕੀ ਆ। ਇਹ ਜੀ ਕਿਸਾਨ ਜਿਹੜੇ ਆ ਉਹ ਹਮਲਾ ਨਹੀਂ ਕਰ ਸਕਦੇ ਕਿਉਂਕਿ ਸਿੱਖ ਧਰਮ ਦੇ ਵਿੱਚ ਕਦੀ ਹਮਲਾ ਕਰਨਾ, ਨਿਹੱਥਿਆਂ ਦੇ ਉੱਤੇ ਹਮਲਾ ਕਰਨਾ ਕਦੀ ਸਿਖਾਇਆ ਹੀ ਨਹੀਂ ਗਿਆ। ਇਸ ਕਰਕੇ ਸਾਡਾ ਜਿਹੜਾ ਸਿੱਖ ਧਰਮ ਆ ਇਹ ਸਿਖਾਉਂਦਾ ਹੀ ਨਹੀਂ ਕਿ ਅਸੀਂ ਕਿਸੇ ਹਿੰਦੂ ਧਰਮ ਦੇ ਖਿਲਾਫ ਜਿਹੜਾ ਆ ਉਹਨਾਂ ਦੇ ਕੱਪੜੇ ਪਾੜ ਦਈਏ, ਉਹਨਾਂ ਤੇ ਨਿਹੱਥਿਆਂ ਦੇ ਉੱਤੇ ਹਮਲੇ ਕਰ ਦਈਏ। ਸਾਡੇ ਧਰਮ ਦੇ ਵਿੱਚ ਇਹ ਨਹੀਂ ਆਉਂਦਾ। ਤੇ ਜੇ ਸਾਡੇ ਧਰਮ ਚੋਂ ਕਿਸਾਨ ਨੇ, ਮੈਂ ਵੀ ਕਿਸਾਨਾਂ ਦੀ ਬੇਟੀ ਆ, ਜੱਟਾਂ ਦੀ ਕੁੜੀ ਆ, ਇਸ ਕਰਕੇ ਕਿਸਾਨ ਜਿਹੜੇ ਨੇ ਉਹ ਸਿੱਖ ਭਰਾ ਨੇ ਤੇ ਸਿੱਖਾਂ ਦੇ ਭਾਈਚਾਰੇ ਦੇ ਵਿੱਚ, ਹਿੰਦੂਆਂ ਦੇ ਵਿੱਚ ਇਸ ਤਰ੍ਹਾਂ ਜਿਹੜੀ ਆ ਉਹ ਦੀਵਾਰ ਖੜੀ ਕਰਨ ਦੀ ਸਿਰਫ ਕੈਪਟਨ ਸਰਕਾਰ ਕੋਸ਼ਿਸ਼ ਕਰ ਰਹੀ ਹੈ। ਸਾਡੇ ਹਿੰਦੂ ਭਾਈਚਾਰਾ, ਮੁਸਲਿਮ ਭਾਈਚਾਰਾ ਸਾਰੇ ਜਿਹੜੇ ਅਸੀਂ ਸਿੱਖ ਆ, ਅਸੀਂ ਸਾਰੇ ਭਰਾ ਆ। ਸਾਡੇ ਧਰਮ ਦੇ ਵਿੱਚ ਇਹ ਦਿੱਤਾ ਹੀ ਨਹੀਂ ਗਿਆ ਕਿ ਅਸੀਂ ਕਿਸੇ ਤੇ ਹਮਲਾ ਕਰੀਏ। ਫਿਰ ਕਿਸਾਨ ਜਿਹੜੇ ਆ ਉਹ ਵਿਧਾਇਕਾਂ ਦੇ ਉੱਤੇ ਹਮਲਾ ਕਿਸ ਤਰ੍ਹਾਂ ਕਰ ਸਕਦੇ ਆ? ਇਹ ਸਿਰਫ ਤੇ ਸਿਰਫ ਕੈਪਟਨ ਸਰਕਾਰ ਦੀਆਂ ਘਿਨੌਣੀਆਂ ਹਰਕਤਾਂ ਨੇ, ਹੋਰ ਕੁਝ ਵੀ ਨਹੀਂ। ਜਿਹੜਾ ਕਿਸਾਨ ਆਗੂ ਰਕੇਸ਼ ਟਕੈਤ ਤੇ ਹਮਲਾ ਹੋਇਆ ਉਹਦਾ ਜੋ ਦੋਸ਼ੀ ਕਿਹਨੂੰ ਮੰਨਦੇ ਹੋ? ਨਹੀਂ, ਜਿਹੜਾ ਰਕੇਸ਼ ਟਕੈਤ ਤੇ ਹਮਲਾ ਹੋਇਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਜੀ, ਉਹਦੇ ਬਾਰੇ ਸਰਕਾਰਾਂ ਜਿਹੜੀਆਂ ਆ ਉਹ ਸਿਟਿੰਗ ਲੈ ਰਹੀਆਂ ਆ। ਉਹਦੇ ਬਾਰੇ ਸਰਕਾਰਾਂ ਦਾ ਜਿਹੜਾ ਆਪਸੀ ਮੇਲ ਜੋਲ ਆ ਉਹਨਾਂ ਦੇ ਵਿੱਚੋਂ ਹੀ ਕੋਈ ਸਿੱਟੇ ਨਿਕਲਣੇ ਆ। ਉਹਦੇ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ। श्री मुक्तसर साहब अस्पताल के थाना लंबी की पुलिस ने धोखाधड़ी के मामलों में कथित दोषी को कोरोना पॉजिटिव आने पर सरकारी अस्पताल मुक्तसर साहब में भर्ती करवाया, जहां से वो फरार हो गया। सरकारी अस्पताल श्री मुक्तसर साहब में कोरोना पॉजिटिव मरीज फरार हो गया है। इस संबंध में ड्यूटी डॉक्टर प्रवेश कौशल के बयानों और फरार हुए व्यक्ति, एक हवलदार और 2 होमगार्ड जवानों पर मामला दर्ज किया गया है। फरार हुआ व्यक्ति एक पुलिस की गिरफ्त में आया था। कोरोना पॉजिटिव होने के कारण उसका सरकारी अस्पताल में इलाज चल रहा था। सूचना के अनुसार पुलिस ने आरोपी पर धोखाधड़ी और 308 के तहत विभिन्न धाराओं में मुकदमा दर्ज किया था। लुधियाना निवासी गुरदेव कुमार को गिरफ्तार किया गया था, लेकिन कोरोना पॉजिटिव होने के कारण गुरदेव का इलाज 4 अप्रैल से सरकारी अस्पताल श्री मुक्तसर साहब में चल रहा था। इस कथित दोषी की निगरानी के लिए लंबी पुलिस को तरफ से हवलदार बलराज सिंह, PHG गुरमीत सिंह, PHG जगरूप सिंह की तैनाती की गई थी। 6 अप्रैल को गार्ड में तैनात कर्मचारी गुरदेव कुमार को कमरों के साथ अटैच बाथरूम में ले जाने के बजाय दूसरे बाथरूम में ले गया। बाथरूम में गया कथित दोषी जब काफी समय से बाहर नहीं आया तो गार्ड के कर्मचारियों ने धक्का मारकर दरवाजा खोला तो कथित दोषी बाथरूम की खिड़की खोलकर फरार हो गया था। थाना सदर पुलिस ने इस मामले में संबंधित गुरदेव कुमार और अन्य ड्यूटी में कोताही करने वाले कर्मचारियों पर मामला दर्ज किया है। और थाना सदर इंचार्ज विशन लाल ने बताया कि इस मामले में फरार गुरदेव कुमार को गिरफ्तार कर लिया गया है और इसे अदालत में पेश किया जाएगा। ਲੰਬੀ ਥਾਣੇ ਦਾ 420 ਦਾ ਮੁਲਜ਼ਮ ਸੀਗਾ। ਉਹ ਕੋਰੋਨਾ ਪੋਜ਼ਿਟਿਵ ਹੋਣ ਕਰਕੇ ਉਹਨੂੰ ਦਾਖਲ ਕੀਤਾ ਸੀ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ, ਜਿੱਥੋਂ ਉਹ ਚਕਮਾ ਦੇ ਕੇ ਉੱਥੋਂ ਫਰਾਰ ਹੋ ਗਿਆ ਸੀ। ਜੋ ਅਸੀਂ ਉਹਨੂੰ ਅਰੈਸਟ ਕਰ ਲਿਆ ਤੇ ਪੇਸ਼ ਅਦਾਲਤ ਕਰ ਰਹੇ ਹਾਂ। खन्ना पुलिस को एक बड़ी सफलता मिली है। SSP गुरशरण सिंह गरेवाल ने कहा कि SP मनप्रीत सिंह के नेतृत्व में खन्ना पुलिस ने 3 घंटे के लिए शहर को बंद कर दिया था। इस दौरान पुलिस ने 20 करोड़ रुपए मूल्य की 4 किलोग्राम हेरोइन के साथ 2 कार कब्जेदारों को गिरफ्तार किया है। दोनों आरोपी मोगा जिले के निवासी हैं। आरोपी दिल्ली से हेरोइन ला रहे थे और खेप पहुंचाने वाले थे। गिरोह का सरगना तरन तारण जिले का निवासी है। पुलिस ने कहा है कि इसकी तलाश जारी है, जल्द ही पूरे गिरोह का पर्दाफाश किया जाएगा। उन्होंने कहा कि शहर की सीलिंग जारी रहेगी और ड्रग तस्करों पर शिकंजा कसता रहेगा। पंजाब में बढ़े नशा और नशे की तस्करी को अंजाम देने वाले शातिर अपराधियों को पंजाब पुलिस और प्रदेश सरकार ने बड़े स्तर पर नशा बिक्री चेन सिस्टम को तोड़ने का दावा किया और नशा बिक्री पर अंकुश लगाने की बात कही, लेकिन धरातल पर ये नजर नहीं आ रही है। लेकिन पूर्ण रूप से प्रदेश में नशा और नशे के तस्करों को जड़ से खत्म करना तभी संभव हो सकता है जब प्रदेश की जनता नशे के दुष्प्रभाव के प्रति गंभीरता से जागरूक होकर नशा बिक्री करने वाले नशा तस्करों की जानकारी पुलिस को दे। केवल पब्लिक सहयोग के बिना पंजाब पुलिस नशा के सौदागरों को जल्द काबू करने में सफलता प्राप्त नहीं कर सकती।
आपको बता दें कि आम और खास लोगों को नशे के दुष्प्रभाव और तस्करों के प्रति जागरूक करने के उद्देश्य से जिला कपूरथला के थाना सिटी पुलिस SHO रघुवीर सिंह ने सरकार और पुलिस विभाग के दिशा निर्देशों के तहत नशा और नशा तस्करी के धंधे से संबंधित कपूरथला के स्लम क्षेत्र मोहल्ला मेहताबगढ़ के मौजूदा कोसियालो और क्षेत्र के निवासियों के साथ बैठकर उन्हें नशे के दुष्प्रभाव के प्रति जागरूक किया और नशा तस्करी कर नशा बेचने वाले नशा तस्कर की जानकारी थाना पुलिस को देने की अपील की और सूचना देने वाले का नाम तो गुप्त रखने का आश्वासन भी दिया। सर ਅੱਜ ਜਿਹੜੀ ਤੁਸੀਂ ਮਤਲਬ ਕਿ ਕਹ ਲਓ ਕਿ ਮਹੱਲੇ ਵਾਈਜ਼ ਮਹੱਲੇ ਨਸ਼ੇ ਨੂੰ ਲੈ ਕੇ ਜਿਹੜੀ ਇੱਕ ਮੀਟਿੰਗ ਕੀਤੀ ਹੈ, ਇਹ ਮੀਟਿੰਗ ਦਾ ਕੀ ਏਜੰਡਾ ਸੀ ਤੇ ਇਹ ਸਰਕਾਰ ਵੱਲੋਂ ਤੇ ਉਹ ਅਫਸਰ ਅੰਬਾਲਾ ਵੱਲੋਂ ਸਾਨੂੰ ਹੁਕਮ ਮਿਲੇ ਨੇ ਕਿ ਤੁਸੀਂ ਥਾਂ ਤੇ ਜਾ ਕੇ ਮੀਟਿੰਗਾਂ ਕਰਨੀਆਂ, ਲੋਕਾਂ ਨੂੰ ਜਾਗਰੂਕ ਕਰਨਾ ਵਾ ਕਿ ਇਹ ਜਿਹੜੇ ਮਾੜੇ ਨਸ਼ੇ ਨੇ ਇਹਨਾਂ ਦਾ ਰਿਜ਼ਲਟ ਵੀ ਬਹੁਤ ਮਾੜਾ ਵਾ। ਇਹਨਾਂ ਦੀ ਰੋਕਥਾਮ ਕਰਨੀ ਹੈ। ਜਿਹੜੀ ਰੋਕਥਾਮ ਹੈ ਇਹ ਲੋਕਾਂ ਦੇ ਸਹਿਯੋਗ ਨਾਲ ਹੋ ਸਕਦੀ ਹੈ। ਜੇ ਪੁਲਿਸ ਕਹੇ ਕਿ ਅਸੀਂ ਇਕੱਲੇ ਕੋਈ ਰੋਕ ਲਈਏ ਤਾਂ ਕਦੀ ਵੀ ਕਾਮਯਾਬ ਨਹੀਂ ਹੁੰਦੀ। ਪੁਲਿਸ ਜਿਹੜੀ ਹੈ ਪਬਲਿਕ ਦੇ ਸਹਿਯੋਗ ਤੋਂ ਬਿਨਾਂ ਕਾਮਯਾਬ ਨਹੀਂ ਹੋ ਸਕਦੀ। ਇਸ ਕਰਕੇ ਅਫਸਰ ਅੰਬਾਲਾ ਦੇ ਸਰਕਾਰ ਵੱਲੋਂ ਹਦਾਇਤਾਂ ਨੇ ਕਿ ਥਾਂ ਜਾ ਕੇ ਮੀਟਿੰਗਾਂ ਕਰੋ, ਲੋਕਾਂ ਨੂੰ ਜਾਗਰੂਕ ਕਰੋ ਤੇ ਨਸ਼ਿਆਂ ਦੇ ਖਿਲਾਫ सख्त तो सख्त कार्रवाई करो। इस घंटे के तहत आज मीटिंग कर रहे हैं। श्री मुक्तसर साहब के नजदीक पड़ते गांव लोहारा में स्थिति उस समय तनावपूर्ण बन गई जब गांव वासियों ने नेशनल हाईवे जाम कर धरना शुरू कर दिया। इस समय गांव लोहार का काम के सरपंच हरविंदर सिंह हैप्पी ने बताया कि पिछले समय आई आंधी के कारण बुट्टर सन्ही और लोहार का काम की बिजली सप्लाई ठप हो गई थी। इस संबंध में जब बिजली सप्लाई ठीक कर रहे बिजली मुलाजिम वकील सिंह और उसके साथियों ने कहा कि हमारे गांव की बिजली सप्लाई चालू करवा दीजिए, तो उस शराबी हालत में मुलाजिमों के द्वारा हमारे साथ हाथापाई की गई, दुर्व्यवहार किया गया। इस समय उन्होंने कहा कार्रवाई नहीं की गई तो हम धरने पर बैठ जाएंगे। उधर इस धरने की भयानक लगते ही पावरकाम के मुलाजिमों ने भी दोदा के बस स्टैंड के पास नेशनल हाईवे को जाम कर दिया। हाँ जी भाई जी, की नाम है की मामला जो धरना लाउण? मेरा नाम हरविंदर सिंह हैप्पी सरपंच लोहारा है जी। मैं ਇਹ ਮਾਮਲਾ ਇਹ ਸੀਗਾ ਜੀ, ਪਿਛਲੇ ਦਿਨੀ ਆਪਣੇ ਹਨੇਰੀ ਆਈ ਸੀ, ਉਹਦੇ ਕਰਕੇ ਨਾ ਸਾਡੇ ਪਿੰਡੋਂ ਲਾਈਨ ਜਾਂਦੀ ਹੈ ਬੁੱਟਰਸ਼ਰੀ ਨੂੰ, ਉਹਦੇ 'ਚ ਖਰਾਬੀ ਸੀ। ਜਿਹੜੀ ਸਾਨੂੰ ਲਾਈਨ ਆਉਂਦੀ ਆ ਉਹਦੇ 'ਚ ਕੋਈ ਖਰਾਬੀ ਨਹੀਂ ਸੀਗੀ। ਸਾਡੇ ਉੱਥੇ ਸਵਿੱਚ ਲੱਗੀ ਹੋਈ ਆ। ਅਸੀਂ ਬਿਜਲੀ ਬੋਰਡ ਨੂੰ ਰਿਕੁਐਸਟ ਕੀਤੀ ਸੀ ਵੀ ਉਹ ਸਵਿੱਚ ਕੱਟ ਕੇ ਇੱਕ ਵਾਰ ਲੋਹਾਰਾ ਚਲਾ ਦਿਓ, ਪਰ ਉਹਨਾਂ ਨੇ ਇਸ 'ਤੇ ਸਾਡੀ ਗੱਲ 'ਤੇ ਅਮਲ ਨਹੀਂ ਕੀਤਾ। ਅਸੀਂ ਇੱਕ ਦੋ ਵਾਰੀ ਉਹਨਾਂ ਨੂੰ ਮਿਲੇ ਵੀ ਦਿਨ 'ਚ। ਫਿਰ ਸ਼ਾਮ ਨੂੰ ਜਦੋਂ ਮੈਂ ਉਹ ਉੱਥੇ ਲਾਈਟ ਠੀਕ ਕਰੀ ਜਾਂਦੇ ਸੀ, ਮੈਂ ਉਹਨਾਂ ਕੋਲੇ ਬੇਨਤੀ ਕਰਨ ਚਲਾ ਗਿਆ। ਮੈਂ ਕਿਹਾ ਵੀ ਸਾਡੀ ਵੀ ਲਾਈਟ ਚਲਾ ਦਿਓ ਤੁਸੀਂ। ਉਹ ਉੱਥੇ ਮੰਨ ਕੇ ਚਲੋ ਵੀ ਜਦੋਂ ਅਸੀਂ ਪਹੁੰਚੇ, ਮੇਰੇ ਨਾਲ ਬਾਈ ਗੁਰਦੀਪ ਸੀਗਾ ਸਾਡਾ, ਅਸੀਂ ਦੋ ਜਾਣੇ ਸੀਗੇ ਤੇ ਉੱਥੇ ਬੈਠੇ दारू ਪੀ ਰਹੇ ਸੀ ਖੰਭੇ ਕੋਲੇ। 5-6 ਮੁਲਾਜ਼ਮ ਸੀਗੇ ਤੇ ਜਦੋਂ ਅਸੀਂ ਆਖਿਆ ਉਹਨਾਂ ਨੂੰ ਭਾਈ ਵੀ ਲੋਹਾਰੇ ਦੀ ਲਾਈਟ ਚਲਾ ਦਿਓ, ਉਹ ਸਾਡੇ ਨਾਲ ਹੱਥੋਂ ਪਾਈ ਹੋਣ ਲੱਗ ਪਏ। ਮੇਰੇ ਵੀ ਉਹਨਾਂ ਨੇ ਗਲੇ 'ਚ ਹੱਥ ਪਾ ਲਿਆ, ਬਾਈ ਗੁਰਦੀਪ ਦੇ ਵੀ। ਫਿਰ ਛਡਾਉਂਦੇ ਸਾਨੂੰ ਕਾਫੀ ਉਹਨਾਂ ਨੇ ਮਾਰਿਆ, ਕੱਪੜੇ ਪਾੜਤੇ। ਫਿਰ ਅਸੀਂ ਸਾਡਾ ਪਿੰਡ ਆ ਗਿਆ, ਫਿਰ ਉਹ ਭੱਜ ਭੁੱਜ ਗਏ ਸੀਗੇ ਉੱਥੋਂ ਤੇ ਅਸੀਂ ਪੁਲਿਸ ਚੌਂਕੀ ਦਰਖਾਸਤ ਦਿੱਤੀ ਸੀਗੀ। ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਪੁਲਿਸ ਪ੍ਰਸ਼ਾਸਨ ਨੇ ਵੀ, ਤੇ ਮੈਡੀਕਲ ਹੋ ਚੁੱਕਿਆ ਪਰ ਉਹਦੇ ਤੇ ਵੀ ਕੋਈ ਕਾਰਵਾਈ ਨਹੀਂ ਕੀਤੀ। ਨਾ ਹਸਪੀਟਲ ਵੱਲੋਂ ਹੋਈ ਹੈ ਕੋਈ ਕਾਰਵਾਈ, ਨਾ ਇਹਨਾਂ ਵੱਲੋਂ ਹੋਈ ਹੈ ਆਪਣਾ ਪੁਲਿਸ ਪ੍ਰਸ਼ਾਸਨ ਵੱਲੋਂ। ਪ੍ਰਸ਼ਾਸਨ ਤੋਂ ਕੀ ਮੰਗ ਕਰਦੇ? ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਹਾਂ ਅਸੀਂ, ਸਾਡਾ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ। ਸਾਡੇ ਪਿੰਡ ਨੂੰ ਗਰੀਬ ਬੱਚੇ ਜੀ ਰਾਤ ਨੂੰ ਕਿੰਨਾ 2 ਦਿਨ ਹੋ ਗਏ, ਰਾਤ ਨੂੰ ਬਹੁਤ ਮੱਛਰ ਹੈ ਜੀ, ਬਹੁਤ ਤੰਗ ਹੋ ਰਹੇ ਹੈ। ਸਾਰਾ ਮੰਨ ਕੇ ਚੱਲੋ ਸਾਰਾ ਪਿੰਡ ਬਹੁਤ ਦੁਖੀ ਆ ਸਾਡਾ ਜੀ 2-3 ਦਿਨ ਤੋਂ, ਪਰ ਪ੍ਰਸ਼ਾਸਨ ਨੇ ਬਿਲਕੁਲ ਵੀ ਇਸ ਵੱਲ ਬਿਜਲੀ ਬੋਰਡ ਨੇ ਧਿਆਨ ਨਹੀਂ ਦਿੱਤਾ। ਆਪਣੀ ਅਯਾਸ਼ੀ ਕਰਦੇ ਉੱਥੇ ਬਹਿ ਕੇ दारू ਪੀ ਕੇ ਆ ਕੇ ਮੁੜ ਜਾਂਦੇ ਆ, ਕੋਈ ਉਹਨਾਂ ਨੇ ਲਾਈਟ ਨਹੀਂ ਠੀਕ ਕੀਤੀ ਗਈ। ਸਾਡੀ ਬੇਨਤੀ ਇਹੀ ਹੈ ਵੀ ਜਿਹੜੇ ਉਹ ਮੁਲਾਜ਼ਮ ਆ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਤੇ ਸਾਡੀ ਲਾਈਟ ਹੁਣ ਤੋਂ ਚਾਲੂ ਕਰਵਾ ਦੇਣੀ ਚਾਹੀਦੀ ਹੈ। ਸਾਡੀ ਲਾਈਟ 'ਚ ਕੋਈ ਫਾਲਟ ਨਹੀਂ ਹੈ। ਇਹ ਧਰਨਾ ਕਦੋਂ ਤੱਕ ਜਾਰੀ ਰਹੂਗਾ ਜੀ? ਇਹ ਜਿੰਨਾ ਚਿਰ ਸਾਡੇ ਪਿੰਡ ਦੀ ਲਾਈਟ ਨਹੀਂ ਚੱਲੂਗੀ ਉਹਨਾਂ ਚਿਰ ਇਹ ਧਰਨਾ ਚਾਲੂ ਰਹੂਗਾ। ਐਡੀ ਸਾਹਿਬ ਅੱਜ ਤੱਕ ਕੀ ਮਾਮਲਾ ਜਿਹੜਾ ਧਰਨਾ? ਹਨੇਰੀ ਝੱਖੜ ਆਉਣ ਕਰਕੇ ਪਰਸੋਂ ਸ਼ਾਮ ਪਰਸੋਂ ਝੱਖੜ ਆਉਣ ਕਰਕੇ ਦਰਖਤ ਡਿੱਗ ਪਏ, ਲਾਈਨਾਂ ਡਿੱਗ ਪਈਆਂ, ਖੰਭੇ ਟੁੱਟ ਗਏ। ਕੱਲ੍ਹ ਤੱਕ ਅਸੀਂ ਤਕਰੀਬਨ ਸਾਰੇ ਚਾਲੂ ਕਰਤੇ ਸੀਗੇ। ਇੱਕ ਖੰਭਾ ਲੋਹਾਰੇ ਉਹ ਵੀ ਖੜਾ ਕਰਕੇ ਲਾਈਨ ਚਾਲੂ ਕਰਨ ਲੱਗੇ ਸੀ, ਬੰਦਾ ਉੱਤਰ ਹੀ ਨਹੀਂ ਲੱਗਿਆ ਸੀ ਥੱਲੇ। ਤੇ ਲੋਹਾਰੇ ਵਾਲਾ ਸਰਪੰਚ ਜਿਹੜਾ ਹੈਪੀ ਹੈ ਉਹਦੇ ਨਾਲ ਇੱਕ ਦੀਪਾ ਸੀ, ਇਹਨਾਂ ਨੇ ਆ ਕੇ ਕੰਮ ਕਰਦੇ ਬੰਦਿਆਂ ਨੂੰ ਕੁਟਾਈ ਸ਼ੁਰੂ ਕਰਤੀ।
ਜਦੋਂ ਇਹਨਾਂ ਨੇ ਆਪਦਾ ਖੜਾ ਛਡਾਉਣ ਲਈ ਦੂਜੇ ਵਰਕਰ ਲੱਗੇ, ਉਹ ਵੀ ਕੁੱਟੇ ਇਹਨਾਂ ਨੇ। ਫਿਰ ਇਹਨਾਂ 'ਚੋਂ ਇੱਕ ਬੰਦਾ ਭੱਜ ਕੇ ਆ ਕੇ ਬੁੱਟਰ ਪਿੰਡ ਇਹਨੇ ਅਨਾਉਂਸ ਕੀਤਾ ਵੀ ਸਾਨੂੰ ਕੁੱਟਮਾਰ ਕੀਤੀ ਹੈ। ਬੁੱਟਰ ਵਾਲੇ ਪਿੰਡ ਵਾਲੇ ਬੰਦੇ ਨੇ ਸਾਡੇ ਬੰਦੇ ਨੂੰ ਬਚਾਇਆ ਜਾ ਕੇ। ਨਹੀਂ, ਉਹ ਉਹਨਾਂ ਬੰਦਿਆਂ ਨੇ ਫਾਇਰ ਵੀ ਕੀਤੇ ਆ, 2 ਫਾਇਰ ਮਾਰੇ ਆ। ਹਰੀ ਕਿਸ਼ਨ ਕੇ ਹਰੀ ਸਰ ਨਾਂ ਦਾ ਬੰਦਾ ਸੀ, ਉਹਨੇ ਫਾਇਰ ਵੀ ਕੀਤੇ ਆ ਤੇ ਰਾੜ ਵੀ ਸੀਗੇ ਉਹਨਾਂ ਕੋਲੇ ਤੇ ਮੋਬਾਈਲ ਵੀ ਖੋਲੇ ਉਹਨਾਂ ਦੇ। ਕਿੰਨੇ ਜਣੇ ਜ਼ਖਮੀ ਹੈ ਸਰ ਟੋਟਲ? 4 ਜਣੇ ਹਸਪਤਾਲ ਦਾਖਲ? 4 ਜਣੇ ਆ, ਚਾਰੇ ਦੇ ਚਾਰੇ ਹਸਪਤਾਲ ਦਾਖਲ ਪਏ ਆ। ਕਿਸ ਤਰ੍ਹਾਂ ਦੀ ਕਾਰਵਾਈ ਦੀ ਮੰਗ ਕਰਦੇ ਹੋ? ਅਸੀਂ ਇਹ ਕਰਦੇ ਹਾਂ ਵੀ ਕੰਮ ਕਰਦੇ ਬੰਦੇ ਨੂੰ ਵੀ ਜੇ ਇਸ ਤਰ੍ਹਾਂ ਪਬਲਿਕ ਕੁੱਟਣ ਲੱਗ ਜੇ ਤੇ ਅਸੀਂ ਤੁਹਾਨੂੰ ਕੀ ਸਹੂਲਤ ਦੇ ਸਕਾਂਗੇ, ਕਿਵੇਂ ਸਪਲਾਈ ਕੰਮ ਕਰਾਂਗੇ। ਹਾਂਜੀ, ਸਰਕਾਰੀ ਕੰਮ ਵਿੱਚ ਵਿਘਨ ਪਾਇਆ। ਦੋਨੇ ਪਿੰਡ ਰਾਤ ਹੀ ਚੱਲ ਸਕਦੇ ਸੀ ਜੇ ਇਹ ਉਹਨਾਂ ਨੂੰ ਕੁੱਟਮਾਰ ਨਾ ਕਰਦੇ। ਸਰਕਾਰੀ ਡਿਊਟੀ 'ਚ ਬਿਲਕੁਲ ਵਿਘਨ ਪਾਇਆ। ਜਿਵੇਂ ਪਿੰਡ ਬੁੱਟਰਸ਼ਰੀ ਦੇ ਪਿੰਡ ਵਾਲੇ ਵੀ ਇੱਥੇ ਟਰਾਲੀ ਹਾਂ, ਦੇਖੋ ਜੇ ਸਾਡੇ ਬੰਦਿਆਂ 'ਚ ਕੋਈ ਕਸੂਰ ਹੁੰਦਾ ਤੇ ਇਹ ਪਿੰਡ ਸਾਡੇ ਨਾਲ ਕਿਉਂ ਖੜਦਾ? ਇਹਨਾਂ ਧਰਨਾ ਫਿਰ ਕਿਸ ਤਰ੍ਹਾਂ ਇਹਨਾਂ ਨੇ ਸਾਡੇ ਹੱਕ 'ਚ ਲਾਇਆ ਧਰਨਾ ਵੀ ਉਹਨਾਂ ਨੇ ਜੋ ਕੀਤਾ ਹੈਪੀ ਸਰਪੰਚ ਨੇ ਧੱਕਾ ਕੀਤਾ। ਲੱਖ ਰੁਪਈਆ ਦਾ ਉਹਦੇ ਕੰਨੀ ਬਿੱਲ ਖੜਾ ਹੈ। ਅਸੀਂ ਤਾਂ ਉਹਦੇ ਇੱਥੋਂ ਤੱਕ ਵੀ ਚੱਲ ਸਰਪੰਚ ਹੈ, ਕਾਹਨੂੰ ਕਨੈਕਸ਼ਨ ਕੱਟਣਾ ਹੈ। ਤੇ ਹੁਣ ਉਹ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਕਰੀ ਜਾਂਦੇ ਕਾਰਵਾਈ, ਬਿੱਲ ਵੀ ਖੜਾ ਹੈ ਤੇ ਕੰਮ ਕਰਦੇ ਮੁਲਾਜ਼ਮਾਂ ਨਾਲ ਕੁੱਟਮਾਰ ਵੀ ਕੀਤੀ ਹੈ। ਮੁਲਾਜ਼ਮਾਂ ਦੀ ਕਾਰਵਾਈ ਹੋ ਰਹੀ ਹੈ? ਮੁਲਾਜ਼ਮਾਂ ਸਾਡੇ ਵੱਲੋਂ ਆ ਮੁਲਾਜ਼ਮ ਬੈਠੇ ਆ, ਨਾਲ ਵੋਟਰ ਸਿੰਘ ਦੇ ਬੰਦੇ ਬੈਠੇ ਆ, ਇਹਨਾਂ ਵੱਲੋਂ ਜ਼ਖਮੀ ਆ ਉਹਨਾਂ ਦੀ ਵੀ ਕਾਰਵਾਈ ਹੋ ਰਹੀ ਹੈ? ਉਹਨਾਂ ਦੀ MLR ਆ ਚੁੱਕੀ ਹੈ, ਮੇਰੇ ਖਿਆਲ ਆਨਲਾਈਨ ਵੀ ਹੋ ਗਈ ਹੈ। ਪਰਚਾ ਜੋ ਵੀ ਧਾਰਾ ਬਣਨੀਆਂ ਉਸ ਦਿਨ ਅਸੀਂ ਪਰਚਾ ਕਰਾਵਾਂਗੇ। ਤੇ ਅਸੀਂ ਇਹੀ ਮੰਗ ਕਰਦੇ ਹਾਂ ਵੀ ਇਸ ਤਰ੍ਹਾਂ ਦਾ ਇਹਨਾਂ ਸਾਡੇ ਖਿਲਾਫ ਜਿਹੜਾ ਇਹਨਾਂ ਨੇ ਕੁੱਟਮਾਰ ਕੀਤੀ ਹੈ ਮੁਲਾਜ਼ਮਾਂ ਦੀ, ਇਸ ਨੂੰ ਮਤਲਬ ਅੱਗੇ ਤੋਂ ਐਸੀ ਕਾਰਵਾਈ ਨਾ ਕੀਤੀ ਜਾਵੇ। ਸਾਡੇ ਹੱਕ ਦੇ ਵਿੱਚ ਇਹ ਸਾਰਾ ਪਿੰਡ ਬੈਠਾ ਹੈ ਤੇ ਜੋ ਕਾਰਵਾਈ ਹੋਵੇਗੀ ਮੈਂ ਪੁਲਿਸ ਨੇ ਕਰਨੀ ਹੈ। ਅਸੀਂ ਆਪਦੇ ਵੱਲੋਂ ਜੋ ਵੀ ਹੈ ਲਿਖ ਕੇ ਦੇਣਾ। ਠੀਕ ਹੈ ਸਰ, ਥੈਂਕ ਯੂ। ਕੀ ਨਾਮ ਹੈ ਜੀ? ਮੇਰਾ ਨਾਮ ਦਵਿੰਦਰ ਸਿੰਘ ਆ ਸਰ, ਮੈਂ TS ਦਾ ਪ੍ਰਧਾਨ ਆ। ਤੇ ਕੀ ਮਾਮਲਾ ਜਿਹੜਾ ਅੱਜ ਧਰਨਾ ਲਾ ਰਹੇ? ਸਾਡੇ ਪਰਸੋਂ ਜਿਹੜੀ ਹਨੇਰੀ ਆਈ ਆ ਉਹਦੇ ਵਿੱਚ ਸਾਡੀਆਂ ਜਿਹੜੀਆਂ ਦੁੱਧਾ ਸਬ ਡਿਵੀਜ਼ਨ ਦੀ ਸਪਲਾਈ ਜਿਹੜੀ ਆ ਕਾਫੀ ਬੰਦ ਹੋ ਗਈ ਸੀ, ਕਈ ਪਿੰਡ ਬੰਦ ਹੋ ਗਏ ਸੀਗੇ। ਸਾਡੇ ਭਾਵੇਂ ਘੱਟ ਗਿਣਤੀ ਦੇ ਮੁਲਾਜ਼ਮ ਨੇ, ਪਰ ਉਹਨਾਂ ਨੇ ਲੋਕ ਹਿੱਤ ਦੇ ਵਿੱਚ ਇੱਥੋਂ ਦੀਆਂ ਜਿਹੜੀਆਂ ਸਪਲਾਈਆਂ ਨੇ ਉਹਨਾਂ ਨੂੰ ਛੇਤੀ ਬਹਾਲ ਕਰਨ ਵਾਸਤੇ ਪੈਟਰੋਲਿੰਗ ਕੀਤੀ। ਜਿੰਨੀ ਸਪਲਾਈ ਚੱਲ ਸਕਦੀ ਸੀ ਚਲਾਉਣ ਦੀ ਕੋਸ਼ਿਸ਼ ਕੀਤੀ, ਪਰ ਕਈ ਜਗ੍ਹਾ ਤੇ ਪੋਲ ਵੀ ਟੁੱਟੇ ਸੀਗੇ, ਤਾਰਾਂ ਟੁੱਟੀਆਂ ਹੋਈਆਂ ਸੀ। ਤਾਂ ਸਾਡੇ ਸਾਥੀਆਂ ਨੇ ਜਿਹੜੇ ਫੌਰੀ ਤੌਰ ਤੇ ਪੋਲਾਂ ਦਾ ਪ੍ਰਬੰਧ ਕਰਕੇ ਪੁਰਾਣੇ ਪੋਲ ਖੁਦ ਪੱਟ ਕੇ ਤੇ ਖੜੇ ਕਰਕੇ ਤਾਰਾਂ ਦਾ ਸਹਿ ਕਰ ਰਹੇ ਸੀ। ਤਾਂ ਸਾਥੀ ਪਿੰਡ ਲੋਹਾਰੇ ਦੇ ਵਿੱਚ ਵੀ ਅਸੀਂ ਇਹ ਕੰਮ ਕਰ ਰਹੇ ਸੀ, ਉੱਥੇ ਵੀ ਪੋਲ ਟੁੱਟ ਗਏ ਸੀਗੇ। ਕੁਛ ਹਿੱਸਾ ਜਿਹੜਾ ਬੰਦ ਪਿਆ ਸੀਗਾ ਉਹਨੂੰ ਛੇਤੀ ਚਲਾਉਣ ਵਾਸਤੇ ਸਾਥੀ ਉੱਤੇ ਕੰਮ ਕਰ ਰਹੇ ਸੀ ਤੇ ਕੁਛ ਥੱਲੇ ਜਿਹੜੇ ਆ ਸਟੇਆਂ ਦਾ ਕੰਮ ਕਰ ਰਹੇ ਸੀ ਖੱਡੇ ਪੱਟ ਕੇ। ਤੇ ਸਾਡੇ ਜਿਹੜੇ ਸਾਥੀ ਨੇ ਜੋ ਇੱਥੋਂ ਦੇ ਲੁਹਾਰੇ ਦੇ ਸਰਪੰਚ ਨੇ, ਉਹ ਕੁਛ ਆਪਦੇ ਗੁੰਡਾਗਰਦੀ ਵਾਲੇ ਬੰਦੇ ਜਿਹੜੇ ਉਹਨਾਂ ਨੂੰ ਨਾਲ ਲੈ ਕੇ ਆਏ ਆ, ਲਿਆ ਕੇ ਤੇ ਉਹਨਾਂ ਨੂੰ ਕੁੱਟਮਾਰ ਕੀਤੀ ਆ। ਕਿੰਨੇ ਬੰਦੇ ਜ਼ਖਮੀ ਕਿੱਥੇ ਦਾਖਲ ਹੈ ਜੀ? ਸਾਡੇ ਜਿਹੜੇ 4 ਸਾਥੀ ਨੇਗੇ, ਉਹ ਪਹਿਲਾਂ ਤਾਂ ਇੱਥੇ ਸਿਵਲ ਹਸਪਤਾਲ ਦੋਦੇ ਸੀਗੇ, ਅਸੀਂ ਲੈ ਕੇ ਗਏ। ਉਸ ਤੋਂ ਬਾਅਦ ਇਹਨਾਂ ਨੇ ਰੈਫਰ ਕੀਤਾ, ਹੁਣ ਮੁਕਤਸਰ ਦੇ ਵਿੱਚ ਆ। ਇੱਕ ਦੀ ਬਾਂਹ ਟੁੱਟੀ ਹੋਈ ਆ, ਉਸ ਦੀ ਅੰਦਰੂਨੀ ਸੱਟਾਂ ਵੀ ਵੱਜੀਆਂ ਹੋਈਆਂ ਨੇ। ਉਹਦੀ ਜਿਹੜੀ ਰਿਪੋਰਟ ਆ ਉਹ ਜਲਦੀ ਇੱਥੇ ਥਾਣੇ ਦੇ ਵਿੱਚ ਆ ਜਾਊਗੀ। ਮੁਲਾਜ਼ਮਾਂ ਤੇ ਵੀ ਡਰਿੰਕਿੰਗ ਦੇ ਇਲਜ਼ਾਮ ਲੱਗੇ, ਜਿਹੜੇ ਧਰਨਾ ਲੱਗਿਆ ਪਿੰਡ ਵਾਲਿਆਂ ਨੇ ਲਾਏ? ਨਹੀਂ ਜੀ ਨਹੀਂ, ਸਾਡੇ ਕੋਈ ਮੁਲਾਜ਼ਮਾਂ ਤੇ ਕਿਸੇ ਨੇ ਕੋਈ ਦਾਰੂ ਨਹੀਂ ਪੀਤੀ, ਕਿਉਂਕਿ ਉਹਦਾ ਸੁਬਾਹ ਤੋਂ ਲੈ ਕੇ ਸ਼ਾਮ ਤੱਕ ਕੰਮ ਹੀ ਕਰ ਰਹੇ ਸੀ। ਤੇ ਜਿਹੜੀ ਡਰਿੰਕ ਕਦੋਂ ਕਰੂਗਾ? ਕਿਸ ਤਰ੍ਹਾਂ ਦੀ ਕਾਰਵਾਈ ਦੀ ਮੰਗ ਹੈ ਜੀ? ਅਸੀਂ ਤਾਂ ਇਨਸਾਫ ਮੰਗਦੇ ਹਾਂ ਵੀ ਅਸੀਂ ਸਾਡੇ ਸਾਥੀਆਂ ਨੂੰ ਜਿਹੜਾ ਇਨਸਾਫ ਦਿੱਤਾ ਜਾਵੇ। ਕਿਸ ਤਰ੍ਹਾਂ ਦਾ ਇਨਸਾਫ? ਜਿਹੜਾ ਮੰਨ ਲਓ ਉਹਨਾਂ ਨੂੰ ਇਨਸਾਫ ਜੋ ਉਹਨਾਂ ਦਾ ਹੱਕ ਬਣਦਾ ਉਹਨਾਂ ਨੂੰ ਦਿੱਤਾ ਜਾਵੇ। ਜਿਹਨਾਂ ਤੇ ਗੁੰਡਾਗਰਦੀ ਕੀਤੀ ਹੈ, ਕੁੱਟਮਾਰ ਕੀਤੀ ਹੈ, ਉਹਨਾਂ ਨੂੰ ਉਹਨਾਂ ਤੇ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ। ਬਾਈ ਜੀ ਕੀ ਨਾਮ ਹੈ ਜੀ? ਮੇਰਾ ਨਾਮ ਗੁਰਵਿੰਦਰ ਸਿੰਘ ਹੈ ਜੀ, ਠੇਕਾ ਮੁਲਾਜ਼ਮ ਸੰਘਰਸ਼ ਕਮੇਟੀ ਪਾਵਰਕੌਮ ਜ਼ੋਨ ਬਠਿੰਡਾ ਦਾ ਪ੍ਰਧਾਨ ਹਾਂ ਜੀ ਮੈਂ। ਕੀ ਮਾਮਲਾ ਜਿਹੜਾ ਅੱਜ ਤੁਸੀਂ ਧਰਨਾ ਲਾਇਆ ਸੀ? ਜਿਹੜਾ ਮਾਮਲਾ ਜੀ, ਇੱਕ ਤਾਂ ਮੁਲਾਜ਼ਮ ਪਹਿਲਾਂ ਹੀ ਮਹਿਕਮੇ 'ਚ ਥੋੜ੍ਹੇ ਆ ਭਰਤੀ ਨਹੀਂ ਕਰਦੀ ਪਈ ਸਰਕਾਰ। ਮੁਲਾਜ਼ਮ ਥੋੜ੍ਹੇ ਹੋਣ ਕਰਕੇ ਜਿਹੜੀ ਪਰਸੋਂ ਝੱਖੜ ਆਇਆ, ਬਹੁਤ ਜ਼ਿਆਦਾ ਫਾਲਟ ਪਏ ਹੋਏ ਸੀਗੇ। ਹਾਲਾਂਕਿ ਸਾਥੀਆਂ ਦੀ ਡਿਊਟੀ 5 ਵਜੇ ਤੱਕ ਬੰਦ ਸੀਗੀ। 5 ਵਜੇ ਤੋਂ ਬਾਅਦ ਵੀ ਸਾਥੀ 6-7 ਵਜੇ ਤੱਕ ਕੰਮ ਕਰੀ ਜਾਂਦੇ ਸੀ ਵੀ ਲੋਕਾਂ ਨੂੰ ਜਿਹੜੀ ਬਿਜਲੀ ਆ ਉਹ ਚਲਾ ਕੇ ਦਿੱਤੀ ਜਾਵੇ, ਕਿਉਂਕਿ ਮੁਲਾਜ਼ਮ ਪਹਿਲਾਂ ਘਾਟਾ ਭਰਤੀ ਹੋ ਨਹੀਂ ਰਹੀ। ਪਰ ਜਿਹੜਾ ਲੋਹਾਰੇ ਦਾ ਸਰਪੰਚ ਆ, ਉਹਨੇ ਆ ਕੇ ਉੱਥੇ ਗੁੰਡਾਗਰਦੀ ਕਰੀ ਆ, ਕੁੱਟਮਾਰ ਕਰੀ ਆ। ਉੱਤੋਂ ਦੀ ਉਹ ਝੂਠ ਮਾਰ ਕੇ ਇਹ ਵੀ ਦਾਰੂ ਪੀਤੀ ਸੀ। ਹਾਲਾਂਕਿ ਉਹ 5 ਵਜੇ ਤੱਕ ਡਿਊਟੀ ਸੀਗੀ, 7 ਵਜੇ ਤੱਕ ਕੰਮ ਕਰੀ ਜਾਂਦੇ ਸੀਗੇ, ਡਿਊਟੀ 5 ਵਜੇ ਤੱਕ ਹੀ ਸੀਗੀ। ਉਹਨਾਂ ਨੇ ਕੁੱਟਮਾਰ ਕਰਕੇ ਇੱਕ ਸਾਥੀ ਬੰਦੀ ਬਣਾਇਆ। ਸੋ ਅਸੀਂ ਮੰਗ ਕਰਦੇ ਹਾਂ ਵੀ ਉਹਨਾਂ ਦੇ ਪਰਚਾ ਦਰਜ ਕਰਕੇ ਜਿਹੜਾ ਉਹ ਲੋਹਾਰੇ ਦਾ ਸਰਪੰਚ ਆ ਉਹਨੂੰ ਅੰਦਰ ਦਿੱਤਾ ਜਾਵੇ। ਇਹ ਧਰਨਾ ਕਿੰਨੀ ਦੇਰ ਤੱਕ ਰਹੂਗਾ ਜੀ ਜਿਹੜਾ ਆਪਣਾ ਲਾਇਆ? ਅੱਜ ਇਹ ਸੰਕੇਤਿਕ ਧਰਨਾ ਫਿਲਹਾਲ
ਸੰਕੇਤ ਵਾਸਤੇ ਦਿੱਤਾ। ਇਸ ਤੋਂ ਬਾਅਦ ਜੇਕਰ ਸਾਨੂੰ ਇਨਸਾਫ ਨਹੀਂ ਮਿਲਦਾ, ਦੋਸ਼ੀ ਗ੍ਰਿਫਤਾਰ ਨਹੀਂ ਹੁੰਦੇ, ਆਉਣ ਵਾਲੇ ਦਿਨਾਂ 'ਚ ਅਸੀਂ ਇੱਥੇ ਕਮੇਟੀ ਬਣਾ ਕੇ ਤਾਲਮੇਲ ਵਾਲੀ, ਜਿਸ 'ਚ TSU ਭੰਗਲ, ਠੇਕੇ ਵਾਲੇ ਮੁਲਾਜ਼ਮ ਤੇ ਹੋਰ ਜਥੇਬੰਦੀਆਂ ਤੇ ਇਸ ਵਿਰੁੱਧ ਸੰਘਰਸ਼ ਕਰਾਂਗੇ। ਜਿਹੜਾ ਇਹ ਸਰਪੰਚ ਆ ਜਿਹਦੇ ਧੌਣ 'ਚ ਕਿੱਲਾ ਵੀ ਕਾਂਗਰਸ ਸਰਕਾਰ ਆ, ਮੈਂ ਗੁੰਡਾ, ਇਹ ਨਹੀਂ ਚੱਲਣ ਦੇਣਾ। ਜਿਹੜਾ ਧੱਕਾ ਕਿਸੇ ਨਾਲ ਵੀ, ਇਹ ਬਹੁਤ ਮਾੜੀ ਗੱਲ ਆ। ਖਾਸ ਕਰ ਜਿਹੜਾ ਮੁਲਾਜ਼ਮ 6-7 ਹਜ਼ਾਰ ਲੈਂਦਾ ਤੇ ਡਿਊਟੀ ਵੀ 12-12 ਘੰਟੇ ਕੰਮ ਕਰ ਰਿਹਾ, ਕਿਉਂਕਿ ਮੁਲਾਜ਼ਮ ਭਰਤੀ ਨਹੀਂ ਕਰਦੀ ਹੈਗੀ ਬਿਜਲੀ ਬੋਰਡ ਵਾਲੀ ਸਰਕਾਰ ਜਾਂ ਪੰਜਾਬ ਸਰਕਾਰ। ਸੋ ਲੋਕਾਂ 'ਚ ਲੈ ਕੇ ਜਾਵਾਂਗੇ। ਸੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਅੱਜ ਸੰਕੇਤਕ ਇਹ ਅਸੀਂ ਜਾਮ ਲਾਇਆ। पंजाब सरकार की ओर से नशे को नकेल डालने के लिए पंजाब पुलिस के उच्च अधिकारियों को सख्त हिदायत जारी की गई है, जिसके अंतर्गत पुलिस की तरफ से गांव की पंचायतों और शहर के काउंसलरों के साथ लगातार मीटिंग की जा रही है। पंजाब के मुख्यमंत्री कैप्टन अमरिंदर सिंह की तरफ से पंजाब में नशा खत्म करने के लिए एक बड़ी तैयारी आरंभ की है, क्योंकि दिनों दिन पंजाब में नौजवान नशों की दलदल में फंसकर अपनी जिंदगी बर्बाद कर रहे हैं, जिसके अंतर्गत नाभा में लगातार पुलिस की तरफ से गांव की पंचायतों और शहर के काउंसलरों के साथ मीटिंग की जा रही है, जिससे कोई नशा या बेचता है तो उसके खिलाफ कार्रवाई की जाए। पंजाब पुलिस का साथ अब गांव की पंचायतों और काउंसलर अगवा होकर पंजाब पुलिस का साथ दे रहे हैं। अब पंचायतों की तरफ से पुलिस को जुबानी भरोसा नहीं दिया जा रहा, बल्कि पंचायत की तरफ से संकल्प डालकर उस पर सारे गांव के लोग साइन कर रहे हैं। यदि गांव में कोई नशा बेचता है और नौजवान किसी को नशे के दलदल में धकेल रहा है तो उस व्यक्ति के खिलाफ विभागीय स्तर पर कार्रवाई की जाए, उसे गांव का बाहर का रास्ता दिखाया जाए। पंजाब पुलिस की तरफ से एक व्हाट्सएप नंबर भी डिस्प्ले किया गया है, ताकि सीधी शिकायत पुलिस को की जा सके। इस मौके पर गांव निवासी हरजीत गिल और गांव निवासी नक्षत्र सिंह ने कहा कि पंजाब पुलिस की तरफ से एक अच्छा प्रयास किया गया है, हम सब इसमें उनका साथ देंगे। वहीं पी राजेश छब्बर ने कहा कि हमें माननीय SSP विक्रम दुग्गल की तरफ से हिदायतें जारी की गई हैं और हम पुलिस को सूचना भी देंगे। देखो, जिवें सानूं सारिਆਂ ਨੂੰ पता वे आलमोस्ट पंजाब 'ਚ कोरोना की दूजी लहर हुण आ चुकी है। इस गल तो आपां डिनाई नहीं किया जा सकता, अखां बंद नहीं कीतियां जा सकदियां। साडे लगभग 40 ਤੋਂ 50 ਜਿਹੜੇ ਨੇ रोज़ कोरोना पॉजिटिव केसिस आ रहे हैं। तरनताਰਨ ਦੀ ਜੇ ਗੱਲ ਕਰੀਏ, ਜੇ ਪੰਜਾਬ ਦੀ ਗੱਲ ਕਰੀਏ तो फिगर हज़ारां ਦੇ ਵਿੱਚ हैगी है। अपना नारले ਜ਼ਿਲ੍ਹੇ ਦੇ ਵਿੱਚ ਗੱਲ ਕਰੀਏ, ਜਿਹੜਾ ਕਿ ਸਾਡਾ ਨੇਟਿਵ ਜ਼ਿਲ੍ਹਾ ਕਹਿ ਲਓ, ਔਰ ਜਿੱਥੇ ਮੇਨ ਮੈਡੀਕਲ ਫੈਸਿਲਿਟੀ ਹੈਗੀਆਂ, ਲੋਕੀ ਇੱਥੋਂ ਦੇ ਵੀ ਇਲਾਜ ਕਰਾਉਣ ਉੱਥੋਂ ਜਾਂਦੇ ਨੇ, ਔਰ ਉੱਥੇ ਵੀ 250-300 ਤੋਂ ਵੱਧ ਜਿਹੜੇ ਡੇਲੀ ਅੰਮ੍ਰਿਤਸਰ ਦੇ ਵਿੱਚ ਕੇਸ ਪੋਜ਼ਿਟਿਵ ਆ ਰਹੇ ਨੇ। ਬੜੀ ਚਿੰਤਾ ਦੀ ਗੱਲ ਹੈ, ਔਰ ਸਾਨੂੰ ਸਾਰਿਆਂ ਨੂੰ ਇਸ ਚਿੰਤਾ ਨੂੰ ਦੂਰ ਕਰਨ ਲਈ ਇਕੱਠੇ ਹੋ ਕੇ ਇੱਕ ਉਪਰਾਲਾ ਕਰਨਾ ਪਏਗਾ। ਉਹਦੇ ਵਿੱਚ ਸਾਰਿਆਂ ਨਾਲੋਂ ਜ਼ਿਆਦਾ ਜ਼ਰੂਰੀ ਹੈ ਆਪਾਂ ਸਾਰਿਆਂ ਨੂੰ ਮਾਸਕ ਪਾਉਣਾ ਪਏਗਾ। ਇਹਨੂੰ ਮਾਸਕ ਪਾਉਣਾ ਇੱਕ ਲਾਈਫ ਦਾ ਹਿੱਸਾ ਬਣਾਉਣਾ ਪਏਗਾ। ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰਨੀ ਪਏਗੀ। ਜਿਹੜੀ 2 ਗਜ ਦੀ ਦੂਰੀ ਸਰਕਾਰ ਵੱਲੋਂ ਇੱਕ ਦਿੱਤਾ ਗਿਆ ਉਹ ਸਾਨੂੰ ਮੇਨਟੇਨ ਕਰਨੀ ਪਏਗੀ। 2 ਗਜ ਦੀ ਦੂਰੀ, ਤਦ ਹੀ ਅਸੀਂ ਇਸ ਬਿਮਾਰੀ ਨਾਲ ਲੜ ਸਕਦੇ ਹਾਂ। ਮਾਨਯੋਗ ਕੈਪਟਨ ਅਮਰਿੰਦਰ ਸਿੰਘ ਜੀ ਵੱਲੋਂ ਬੜੇ ਸਖਤ ਨਿਰਦੇਸ਼ ਆਏ ਨੇ, ਪੰਜਾਬ ਸਰਕਾਰ ਵੱਲੋਂ ਬੜੇ ਸਖਤ ਨਿਰਦੇਸ਼ ਨੇ ਵੀ ਅਸੀਂ ਇਸ ਬਿਮਾਰੀ ਨਾਲ ਲੜਨਾ ਵੇ। ਇਸ ਬਿਮਾਰੀ ਨਾਲ ਲੜਨ ਲਈ ਸਾਨੂੰ ਸਖਤੀ ਨਾਲ ਲੋਕਾਂ ਨੂੰ ਸਮਝਾਉਣਾ ਪਏਗਾ, ਸੋਸ਼ਲ ਡਿਸਟੈਂਸ ਮੇਨਟੇਨ ਕਰਵਾਉਣੀ ਪਏਗੀ ਔਰ ਮਾਸਕ ਪਵਾਉਣੇ ਪੈਣਗੇ। ਇਹ ਤੁਸੀਂ ਵੀ ਜਾਣਦੇ ਹੋ, ਮੈਂ ਵੀ ਦੇਖਦਾ ਵਾਂ, ਸੜਕਾਂ 'ਤੇ ਨਿਕਲਦੇ ਹਾਂ, ਲੋਕੀ ਅਕਸਰ ਬਿਨਾਂ ਮਾਸਕ ਤੋਂ ਘੁੰਮਦੇ ਨਜ਼ਰ ਆਉਂਦੇ ਨੇ। ਅਸੀਂ ਪੁਲਿਸ ਨੂੰ ਨਿਰਦੇਸ਼ ਦੇ ਦਿੱਤੇ ਨੇ, ਮਾਨਯੋਗ ਡੀ ਸਾਹਿਬ ਵੱਲੋਂ ਨਿਰਦੇਸ਼ ਜਾ ਚੁੱਕੇ ਨੇ ਵੀ ਸਖਤ ਕਾਰਵਾਈ ਕੀਤੀ ਜਾਵੇ ਉਹਨਾਂ ਲੋਕਾਂ ਤੇ ਜਿਹੜੇ ਮਾਸਕ ਨਹੀਂ ਪਾਉਂਦੇ, ਸੋਸ਼ਲ ਡਿਸਟੈਂਸ ਮੇਨਟੇਨ ਨਹੀਂ ਕਰਦੇ। ਗਾਈਡਲਾਈਨਸ ਵੇਖੋ, ਰਾਤ ਨੂੰ 9 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਕਰਫਿਊ ਹੈ। ਸਕੂਲ ਕਾਲਜਸ ਵਾਏ ਜਿਹੜੇ ਹੈਗੇ ਨਰਸਿੰਗ ਕਾਲਜ ਔਰ ਮੈਡੀਕਲ ਕਾਲਜ, ਉਹਨਾਂ ਨੂੰ ਛੱਡ ਕੇ ਬੰਦ ਕਰ ਦਿੱਤੇ ਗਏ ਨੇ। ਟੀਚਰਾਂ ਦੀ ਆਮਦ ਸੰਬੰਧੀ ਉਹਨਾਂ ਦਾ ਸੰਬੰਧਿਤ ਮਹਿਕਮਾ ਫੈਸਲਾ ਲਏਗਾ, ਉਹਨਾਂ ਨੇ ਆਉਣਾ ਕਰਨਾ। ਬੱਚਿਆਂ ਲਈ ਸਕੂਲ ਬੰਦ ਕਰ ਦਿੱਤੇ ਨੇ ਹਾਲ ਦੀ ਘੜੀ। ਟੀਚਰਾਂ ਬਾਰੇ ਅਲੱਗ ਤੋਂ ਨੋਟੀਫਿਕੇਸ਼ਨ ਆਏਗੀ, ਸਰਕਾਰ ਨੇ ਕਰੇਗੀ ਜੋ ਵੀ ਹੈ। ਬਾਕੀ ਸੋਸ਼ਲ ਡਿਸਟੈਂਸ ਮੇਨਟੇਨ ਕਰਾਵਾਂਗੇ ਸਾਰੇ ਐਸਡੀਐਮ ਸਾਹਿਬਾਨ ਜ਼ਿਲ੍ਹੇ ਦੇ ਔਰ ਮਾਨਯੋਗ ਡੀ ਸਾਹਿਬ ਦੀ ਅਗਵਾਈ ਹੇਠ ਅਸੀਂ ਸਾਰੇ ਰੱਜ ਕੇ ਕੰਮ ਕਰਾਂਗੇ ਔਰ ਜ਼ਿਲ੍ਹੇ ਦੇ ਵਿੱਚ ਇਸ ਕੋਰੋਨਾ ਨੂੰ ਮੁਕਤ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ। ਦੇਖੋ ਜੀ, ਉਹਨਾਂ 188 ਦੇ ਅਗੇਂਸਟ ਉਹਨਾਂ ਦੀ ਕਾਰਵਾਈ ਹੋਏਗੀ ਔਰ ਬੰਦੀ ਕਾਨੂੰਨੀ ਕਾਰਵਾਈ ਕੀਤੀ, ਉਹ ਜਿਹੜਾ ਨਿਯਮਾਂ ਦੀ ਪਾਲਣਾ नहीं करता। कृषि कानूनों के खिलाफ और किसान आंदोलन में लोगों को लामबंद करने को लेकर पंजाब में किसान महासभाओं का सिलसिला जारी है। इस कड़ी के तहत बटाला की अनाज मंडी में किसान जत्थेबंदियों की तरफ से किसान मजदूर व्यापारी महासभा रखी गई। इस महासभा में यहाँ के नामवार किसान नेताओं ने शमूलियत की और वहीं पंजाब के नामवार पंजाबी गायकों के समेत हजारों की तादाद में किसान और किसान बीबियों के द्वारा शमूलियत की गई। इस किसान महासभा में किसान नेता गुरनाम सिंह
चंदूनी के साथ नामवर पंजाबी गायकों जिनमें कमल खान, रेशम, अनमोल, बीर सिंह, देवी, मकसूसपुरिया समेत नवदीप सिंह वाटर कैनन जैसे लोगों ने केंद्र सरकार को आड़े हाथों लेते हुए किसानी आंदोलन में जीत का दावा ठोका। इस मौके पर किसान नेता गुरनाम सिंह चंदूनी ने कहा कि किसान महासभाओं और किसान आंदोलन से केंद्र सरकार बौखलाहट में आ चुकी है और इस जीत में देरी हो सकती है, लेकिन जीत जरूर होगी। उन्होंने कहा कि कोरोना केवल अंतर्राष्ट्रीय स्टंट है और किसान आंदोलन में किसी भी तरह का कोरोना नहीं हुआ है। उन्होंने कहा कि राजनीतिक रैलियों के समय कोरोना खत्म हो जाता है। उन्होंने सरकार को नई हिदायत को लेकर ललकारा है और साथ ही कहा है कि अगर मुझ पर केस दर्ज हो, मुझे पकड़ लिया जाए। उन्होंने कहा कि जब तक जीत नहीं होगी तब तक आंदोलन चलता रहेगा। ਲੋਕਾਂ ਦੀਆਂ ਭਾਵਨਾਵਾਂ ਸਮਝਣੀਆਂ ਚਾਹੀਦੀਆਂ। ਸਰਕਾਰ ਨੂੰ ਮਾਈ ਬਾਪ ਕਹਿੰਦੇ ਹੈਗੇ ਨੇ, ਮਾਂ ਬਾਪ ਤਾਂ ਹੋਈ ਜਿਹੜੇ ਬੱਚਿਆਂ ਦਾ ਧਿਆਨ ਰੱਖਣ, ਉਹਨਾਂ ਦੀ ਦੁੱਖ ਦਾ, ਸੁੱਖ ਦਾ, ਖੁਸ਼ੀ ਦਾ, ਉਹਨਾਂ ਦੀ ਇੱਛਾ ਦਾ। ਸੋ ਸਰਕਾਰ ਨੂੰ ਮੰਨਣਾ ਚਾਹੀਦਾ। ਬਿਲਕੁਲ ਜਿਸ ਤਰੀਕੇ ਨਾਲ ਪੰਜਾਬ ਸਰਕਾਰ ਨੇ ਕੋਵਿਡ ਕਰਕੇ ਸਾਰੀਆਂ ਰੈਲੀਆਂ ਤੇ ਰੋਕ ਲਾ ਦਿੱਤੀ, ਸਮਝਦੇ ਹੋ ਕਿ ਠੀਕ ਕੀਤਾ? ਇਹ ਹੁਣ ਕੋਵਿਡ ਦੁਆਰੇ ਤਾਂ ਪਹਿਲਾਂ ਹੁਣ ਅਸੀਂ ਕੋਈ ਐਕਸਪਰਟ ਦੱਸ ਸਕਦਾ ਕੋਵਿਡ ਕਿੰਨਾ ਕੁ ਹੈ, ਜਾਂ ਮੈਡੀਕਲ ਵਾਲੇ ਦੱਸ ਸਕਦੇ, ਪਰ ਜੋ ਪਾਬੰਦੀਆਂ ਲਗਾਈਆਂ ਗਈਆਂ ਸਰਕਾਰ ਵੱਲੋਂ ਜੀ ਉਹਦੇ ਬਾਰੇ ਜੀ ਪਾਬੰਦੀ ਬਾਰੇ ਤਾਂ ਆਪਾਂ ਕੁਝ ਨਹੀਂ ਕਹਿ ਸਕਦੇ। ਪਾਬੰਦੀਆਂ ਹੁਣ ਜੇ ਮੈਡੀਕਲ ਵਾਲੇ ਦੀ ਸੁਣਦੇ ਹੋ ਕਹਿੰਦੇ ਹਾਂ ਵੀ ਕੋਵਿਡ ਤੋਂ ਬਚਣਾ ਜ਼ਰੂਰੀ ਹੈ, ਪਰ ਕਈ ਵਾਰ ਇਹ ਨਹੀਂ ਸਮਝ ਆਉਂਦੀ ਜਿੱਥੇ ਰੈਲੀਆਂ ਹੁੰਦੀਆਂ, ਵੋਟਾਂ ਲੈਣੀਆਂ ਹੁੰਦੀਆਂ, ਉੱਥੇ ਲੱਖਾਂ ਲੋਕ ਇਕੱਠੇ ਹੁੰਦੇ, ਉਦੋਂ ਕੋਵਿਡ ਪਤਾ ਨਹੀਂ ਕਿੱਥੇ ਚੱਲ ਜਾਂਦਾ। ਇਹ ਤਾਂ ਸਮਝ ਤੋਂ ਬਾਹਰ ਹੀ ਗੱਲ ਹੈ। ਕੀ ਲੱਗਦਾ ਜਿੱਤ ਪ੍ਰਾਪਤ ਹੋਏਗੀ? ਬੜੇ ਦੇਰ ਹੋ ਗਈ ਹੈ, 6 ਮਹੀਨਿਆਂ ਤੋਂ ਉੱਤੇ ਹੋ ਗਿਆ ਅੰਦੋਲਨ। ਆਸ ਨਹੀਂ ਛੱਡਣੀ ਚਾਹੀਦੀ, ਆਸਵੰਦ ਆਪਾਂ। ਦੇਬੀ ਦਿਲ ਰੋਇਆ ਕਦੀ ਇਸ ਕਦੀ ਉਸ ਗੱਲੋਂ, ਦੇਬੀ ਦਿਲ ਰੋਇਆ ਕਦੀ ਇਸ ਗੱਲੋਂ ਕਦੀ ਉਸ ਗੱਲੋਂ। ਰਾਤੀ ਸਾਰੀ ਰਾਤ ਬਰੋਂਦੇ ਆ ਬੀਤ ਗਈ, ਸੈਂਕੜੇ ਕਿਸਾਨ ਸ਼ਹੀਦ ਹੋ ਚੁੱਕੇ ਨੇ ਇਸ ਅੰਦੋਲਨ ਵਿੱਚ। ਕਿਸ ਤਰੀਕੇ ਨਾਲ ਵੇਖ ਰਹੇ ਹੋ, ਕੀ ਸ਼ਰਧਾਂਜਲੀ ਦੇਣਾ ਚਾਹੁੰਦੇ ਹੋ? ਬਿਲਕੁਲ ਉਹਨਾਂ ਨੂੰ ਸਾਡਾ ਸਜਦਾ ਉਹਨਾਂ ਰੂਹਾਂ ਨੂੰ ਜਿਨ੍ਹਾਂ ਨੇ ਕੁਰਬਾਨੀ ਦਿੱਤੀ ਆ ਆਪਣੇ ਹੱਕ ਲਈ, ਆਪਣੇ ਹੋਂਦ ਨੂੰ ਬਚਾਉਣ ਲਈ, ਆਪਣੀਆਂ ਫਸਲਾਂ, ਨਸਲਾਂ, ਆਪਣਾ ਵਿਅਕਤੀਤਵ ਸਾਰੇ ਬਚਾਉਣ ਲਈ, ਫਿਊਚਰ ਬਚਾਉਣ ਲਈ। ਉਹ ਸਲਾਮ ਦੇ ਹੱਕਦਾਰ ਆ ਜਿਹੜੇ। ਅਗਰ ਦੇਬੀ ਮਕਸੂਸਪੁਰੀ ਨੇ ਆਪਣੀ ਕਲਮ ਰਾਹੀਂ ਇਸ ਅੰਦੋਲਨ ਦਾ ਸਾਥ ਦੇਣਾ ਹੋਵੇ ਤਾਂ ਕਿਸ ਤਰੀਕੇ ਨਾਲ ਦੇਗਾ? 2 ਲਾਈਨਾਂ ਉਹਦਾ ਹੈ ਕਿ ਕਈ ਵਾਰੀ ਸਾਨੂੰ ਜਿਹੜਾ ਦੁੱਖ ਇਸ ਗੱਲ ਦਾ ਵੀ ਸਾਨੂੰ ਸਮਝਿਆ ਨਹੀਂ ਗਿਆ, ਹੈ ਨਾ। ਸਾਡੇ ਵਜੂਦ ਨੂੰ ਚੈਲੰਜ ਕੀਤਾ ਗਿਆ, ਸਾਡੇ ਇਤਿਹਾਸ ਦਾ ਪਤਾ ਹੁੰਦੇ ਹੋਏ ਵੀ। ਸਫਰੀ ਸਾਹਿਬ ਨੇ ਕਿਹਾ ਸੀ ਨਾ ਕਿ ਗਿਣਤੀ 100 ਚੋਂ ਸਾਡੀ ਹੈ 2 ਬਣਦੀ, ਬਾਰ-ਬਾਰ ਨਾ ਸਾਨੂੰ ਜਨਾਬ ਦੱਸੋ, ਹੈ ਨਾ। ਸੋ ਇੱਕ ਬੜੀ ਤਕਲੀਫ ਹੁੰਦੀ ਹੈ ਜਦੋਂ ਨਕਸਲੀ ਟੁਕੜੇ ਗੈਂਗ, ਹੈ ਨਾ। ਇਹ ਬਹੁਤ ਦੁੱਖ ਦੀ ਗੱਲ ਹੈ ਕਿ ਮਤਲਬ ਜਿਨ੍ਹਾਂ ਨੇ ਸਭ ਤੋਂ ਜਿਹੜੇ ਹਰ ਆਫਤ ਦੇ ਰਾਹ 'ਚ ਖੜੇ ਆ, ਹੈ ਨਾ ਜੀ, ਉਹਨਾਂ ਲਈ ਸ਼ਬਦ ਵਰਤਣੇ। ਮੈਂ ਪਿੱਛੇ ਕਿਹਾ ਸੀਗਾ ਕਿ ਹੁਣ ਨਾ ਹੋਰ ਗੁਜ਼ਾਰਾ, ਘੁੱਟ ਸਬਰ ਦਾ ਭਰ ਕੇ ਹੋਵੇਗਾ, ਨਵੇੜਾ ਹੁਣ ਹੱਕ ਸਾਡਾ ਸਾਡੇ ਅੱਗੇ ਧਰ ਕੇ ਹੋਵੇਗਾ। ਦੇਸ਼ ਧਰੋਹੀ ਟੁਕੜੇ ਗੈਂਗ ਜੋ ਸਾਨੂੰ ਕਹਿੰਦੇ ਨੇ, ਦੇਸ਼ ਜੇ ਟੁਕੜੇ ਹੋਇਆ ਉਹਨਾਂ ਕਰਕੇ ਹੋਵੇਗਾ। ਬੇਬੀ ਜੀ, ਪ੍ਰਦੇਸ਼ ਤੋਂ ਹੁਣ ਦੇਸ਼ ਆਏ ਹੋ, NRI ਵੀਰਾਂ ਨੂੰ ਕੀ ਦੱਸਣਾ ਚਾਹੁੰਦੇ ਹੋ? ਕੀ ਮਾਹੌਲ ਹੈ ਇਸ ਸਮੇਂ ਕਿਸਾਨੀ ਅੰਦੋਲਨ ਨੂੰ ਲੈ ਕੇ ਪੰਜਾਬ? ਨਹੀਂ, NRI ਹੁਣ ਦੱਸਣ ਦੀ ਲੋੜ ਹੀ ਨਹੀਂ, ਦੇਖੀ ਜਾਂਦੇ ਸੋਸ਼ਲ ਮੀਡੀਆ 24 ਘੰਟੇ ਪਲ ਦੀ ਖਬਰ ਸਾਰੇ ਪਾਸੇ। ਚਲਿਏ ਦੇਖੋ, ਪੱਥਰ ਬੇਸ਼ੱਕ ਆਖਰੀ ਚੋਟ ਨਾਲ ਟੁੱਟਦਾ ਹੈ, ਪਰ ਜਿਹੜੀ ਪਹਿਲੇ ਵਾਲੀਆਂ ਚੋਟਾਂ ਨੇ, ਪਹਿਲੇ ਵਾਲੀਆਂ ਸੱਟਾਂ ਨੇ, ਉਹ ਬੇਕਾਰ ਨਹੀਂ ਜਾਂਦੀਆਂ, ਉਹਨੂੰ ਕਮਜ਼ੋਰ ਕਰਦੀਆਂ। ਤੇ ਇਸੇ ਤਰ੍ਹਾਂ ਮੋਦੀ ਬੇਸ਼ੱਕ 4 ਮਹੀਨੇ ਤੋਂ ਨਹੀਂ ਮੰਨਿਆ, ਪਰ ਜਿਹੜੀ ਸੱਟਾਂ ਅਸੀਂ ਉਹਨੂੰ ਮਾਰ ਰਹੇ ਹਾਂ ਜਨ ਸਭਾਵਾਂ ਦੇ ਜ਼ਰੀਏ, ਪ੍ਰਦਰਸ਼ਨ ਕਰਕੇ, ਸੜਕਾਂ ਰੋਕ ਕੇ, ਮੁਕੱਦਮੇ ਝੇਲ ਕੇ, ਜਿਹੜੇ ਵੀ ਹੈ, ਉਹ ਸੱਟਾਂ ਉਹਨੂੰ ਕਮਜ਼ੋਰ ਕਰ ਰਹੀਆਂ। ਤਾਂ ਤੁਸੀਂ ਦੇਖ ਰਹੇ ਹੋ ਜਿਹੜੀ 6 ਮਹੀਨੇ ਪਹਿਲਾਂ ਬੀਜੇਪੀ ਦੀ ਹਾਲਤ ਸੀ, ਅੱਜ ਉਹ ਨਹੀਂ ਰਹੀ। ਅੱਜ ਉਸ ਤੋਂ ਉਹਦੀ ਹਾਲਤ ਕਮਜ਼ੋਰ ਹੋ ਗਈ ਹੈ। ਟੁੱਟੇਗੀ, ਜ਼ਰੂਰ ਟੁੱਟੇਗੀ। ਉਹ ਹਾਲ ਹੋਏਗਾ ਕਿਉਂਕਿ ਰਾਜ ਹੱਠ ਹੈ ਜਿਹੜਾ ਦੁਰਯੋਧਨ ਦਾ ਹੋਇਆ ਸੀ, ਪਰਿਵਾਰ ਵੀ ਗਿਆ ਤੇ ਰਾਜ ਵੀ ਗਿਆ। ਜਿਹੜਾ ਰਾਵਣ ਦਾ ਹੋਇਆ ਸੀ, ਪਰਿਵਾਰ ਵੀ ਗਿਆ ਤੇ ਰਾਜ ਵੀ ਗਿਆ। ਰਾਜ ਹੱਠ ਜਿਹੜਾ ਹੈ ਉਹ ਨਾ ਜਨਤਾ ਵਾਸਤੇ ਠੀਕ ਹੁੰਦਾ, ਨਾ ਦੇਸ਼ ਵਾਸਤੇ ਠੀਕ ਹੁੰਦਾ, ਨਾ ਉਹਨਾਂ ਦੇ ਆਪਣੇ ਵਾਸਤੇ ਠੀਕ ਹੁੰਦਾ। ਅਸੀਂ ਤਾਂ ਸਗੋਂ ਕਈ ਵਾਰੀ ਇਹਨਾਂ ਬੋਲ ਲਿਆ ਵੀ ਜਿਹੜੇ RSS ਵਾਲੇ ਨੇ, ਇਹ ਰਾਜ ਤੇ ਐਕਚੁਅਲੀ ਉਹਨਾਂ ਨੇ ਲਿਆਂਦਾ ਹੋਇਆ ਹੈ ਤੇ ਇਹ ਸੱਤਿਆਨਾਸ਼ ਕਰਨ ਲੱਗਿਆ ਉਹਨਾਂ ਦੇ ਲਿਆਂਦੇ ਰਾਜ ਦਾ। ਇਹਨੂੰ ਚੰਗਾ ਪਹਿਲਾਂ ਹੀ ਬਦਲ ਦਿਓ, ਚੰਗਾ ਇਹਨੂੰ ਪਹਿਲਾਂ ਹੀ ਹਟਾ ਦਿਓ, ਕਿਉਂਕਿ RSS ਦੀ ਜਿਹੜੀ ਨੀਤੀ ਹੈ ਉਹ ਵੀ ਦੇਸ਼ ਵੇਚਣ ਦੀ ਨਹੀਂ ਹੋ ਸਕਦੀ। ਧਾਰਮਿਕ ਨੀਤੀ ਹੋ ਸਕਦੀ ਹੈ ਪਰ ਦੇਸ਼ ਵੇਚਣ ਦੀ ਨੀਤੀ ਨਹੀਂ। ਇਹ ਤਾਂ ਦੇਸ਼ ਨੂੰ ਵੇਚ ਰਿਹਾ। ਇਹ ਤਾਂ ਫਿਰ ਜਿਹੜਾ ਹਾਲ ਚੱਲ ਰਿਹਾ ਦੇਸ਼ ਦੇ ਵਿੱਚ, ਸਾਰਾ ਦੇਸ਼ ਚੰਦ ਸਾਲਾਂ 'ਚ ਕਾਰਪੋਰੇਟ ਦਾ ਹੀ ਹੋ ਜਾਏਗਾ। ਜਨਤਾ ਦੇ ਕੀ ਬਚਿਆ ਇੱਥੇ?
ਕੀ ਸਮਝਦੇ ਹੋ ਕਿਉਂਕਿ ਨਵੀਆਂ ਪਾਲਿਸੀਆਂ ਦੇ ਤਹਿਤ ਚਾਹੇ ਉਹ ਐਫਸੀਆ ਦੇ ਤਹਿਤ ਲਿਆਂਦੀਆਂ ਗਈਆਂ ਹੁਣ ਪਾਲਿਸੀਆਂ ਜਾਂ ਫਿਰ ਕਿਸਾਨੀ ਅਤੇ ਆੜ੍ਹਤੀ ਦੇ ਰਿਸ਼ਤੇ ਨੂੰ ਤੋੜਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ, ਕਿਹਾ ਜਾ ਰਿਹਾ ਕਿ ਫਾਇਦਾ ਦਿੱਤਾ ਜਾਵੇਗਾ, ਕੀ ਸਮਝਦੇ ਹੋ ਇਸ ਤਰੀਕੇ ਦੀਆਂ ਜਿਹੜੀਆਂ ਪਾਲਿਸੀਆਂ ਲਿਆਂਦੀ ਜਾ ਰਹੀਆਂ ਉਹ ਬੁਖਲਾਹਟ ਹੈ ਜਾਂ ਫਿਰ ਕਿਸਾਨੀ ਅੰਦੋਲਨ ਨੂੰ ਦੱਬਣ ਦੀ ਕੋਸ਼ਿਸ਼ ਹੈ? ਨਹੀਂ, ਇਹ ਕਿਸਾਨੀ ਅੰਦੋਲਨ ਨੂੰ ਦੱਬਣ ਦੀ ਵੀ ਹੈ। ਇਹ ਜਿਹੜੇ ਆਪਣੇ ਮਿੱਤਰ ਨੇ, ਜਿਹੜੇ ਆਪਣੇ ਇਹਦੇ ਅੰਬਾਨੀ ਅਡਾਨੀ ਨੇ, ਉਹਨਾਂ ਨੂੰ ਵੇਚਣ ਦਾ ਐਕਚੁਅਲੀ ਹੈ ਕੀ? ਐਕਚੁਅਲੀ ਰਾਜਨੀਤਿਕ ਪਾਰਟੀਆਂ ਦਾ ਰਾਜ ਨਹੀਂ ਰਿਹਾ। ਰਾਜਨੀਤਿਕ ਪਾਰਟੀਆਂ ਦੇ ਵਿੱਚ ਕਾਰਪੋਰੇਟ ਇੰਟਰ ਕਰ ਗਿਆ। ਪਹਿਲਾਂ ਰਾਜਨੀਤਿਕ ਪਾਰਟੀ ਹੋਰ ਹੁੰਦੀ ਸੀ, ਕਾਰਪੋਰੇਟ ਹੋਰ ਹੁੰਦਾ ਸੀ। ਹੁਣ ਉਹੀ ਕਾਰਪੋਰੇਟ ਹੈ, ਉਹੀ ਰਾਜਨੀਤੀ ਹੈ। ਤੁਸੀਂ ਦੇਖੋ ਅੱਜ ਦੇ ਟਾਈਮ 'ਚ ਅੱਧੇ ਜਿਹੜੇ ਰਾਜ ਸਭਾ ਦੇ ਮੈਂਬਰ ਨੇ ਕੰਪਨੀਆਂ ਦੇ ਮਾਲਕ ਨੇ। ਜੇ ਕੰਪਨੀਆਂ ਦੇ ਮਾਲਕ ਰਾਜ ਸਭਾ ਦੇ ਮੈਂਬਰ ਨੇ, ਫਿਰ ਕਾਨੂੰਨ ਕਿਹਦੇ ਪੱਖ 'ਚ ਬਣਨਗੇ? ਉਹਨਾਂ ਦੇ ਪੱਖ 'ਚ ਬਣਨਗੇ। ਜਿਹੜਾ ਨਾ ਮੰਨੇ ਉਹਨੂੰ 5 ਕਰੋੜ ਦੇ ਦੇਣਗੇ ਤਾਂ ਮੰਨ ਜੇਗਾ। ਤੇ ਇਸ ਕਰਕੇ ਸਾਡੀ ਗੱਲ ਕੋਈ ਕਹਿਣ ਨਾਲ ਉੱਥੇ ਬਚਿਆ ਨਹੀਂ, ਕਿਉਂਕਿ ਹਰ ਬੰਦੇ ਨੂੰ ਜਾਂ ਤਾਂ ਸੱਤਾ ਚਾਹੀਦੀ ਹੈ, ਪੈਸਾ ਚਾਹੀਦਾ ਹੈ। ਕੇਂਦਰੀ ਮੰਤਰੀ ਹਰਸ਼ਵਰਧਨ ਨੇ ਇੱਕ ਫਿਰ ਨਿਸ਼ਾਨਾ ਸਾਧਿਆ ਕਿਸਾਨਾਂ ਤੇ ਕਿ ਪੰਜਾਬ ਦੇ ਵਿੱਚ ਜਿਹੜਾ 80% ਕਰੋਨਾ ਫੈਲਦਾ ਦਿਖਾਈ ਦੇ ਰਿਹਾ, ਉਹ ਕਿਤਨਾ ਕਿਤੇ ਕਿਸਾਨੀ ਸਭਾਵਾਂ ਕਰਕੇ ਜਾਂ ਕਿਸਾਨੀ ਅੰਦੋਲਨ ਉਹਦੇ ਕਰਕੇ ਜ਼ਿੰਮੇਵਾਰੀ। ਮੈਂ ਕਹਿੰਦਾ ਕਰੋਨਾ ਨਾਂ ਦੀ ਕੋਈ ਚੀਜ਼ ਹੀ ਨਹੀਂ ਹੈ। ਕਰੋਨਾ ਪੈਦਾ ਹੀ ਨਹੀਂ ਹੋਇਆ। ਕਰੋਨਾ ਜਿਹੜਾ ਹੈ ਇੱਕ ਵਰਲਡ ਲੈਵਲ ਦਾ ਮਹਾ ਘੁਟਾਲਾ ਹੈ। ਕਈ ਬੰਦੇ ਇਹਦਾ ਖੋਲ ਚੁੱਕੇ ਨੇ ਘੁਟਾਲਾ, ਵਰਲਡ ਲੈਵਲ ਦਾ ਮਹਾ ਘੁਟਾਲਾ ਹੈ। ਤੇ ਕੋਈ ਕਰੋਨਾ ਨਾਂ ਦੀ ਚੀਜ਼ ਨਹੀਂ ਹੈ। ਕਰੋਨਾ ਨਾਂ ਦੇ ਨਾਂ ਤੋਂ ਕੇਵਲ ਅੰਦੋਲਨ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਇਹ ਜਦੋਂ ਕਹਿੰਦੇ ਸੀ ਬੜਾ ਕਰੋਨਾ ਚੋਟੀ ਤੇ, ਅਸੀਂ ਉਦੋਂ ਰੈਲੀਆਂ ਕੀਤੀਆਂ, ਅਸੀਂ ਹੁਣ ਵੀ ਰੈਲੀਆਂ ਕਰ ਰਹੇ ਹਾਂ, ਸਾਰੇ ਸਟੇਟਾਂ 'ਚ ਕਰ ਰਹੇ ਹਾਂ। ਅਸੀਂ ਜੱਫੀਆਂ ਪਾ ਪਾ ਕੇ ਲੋਕਾਂ ਨੂੰ ਮਿਲਦੇ ਹਾਂ। ਸਾਨੂੰ ਤੇ ਕਰੋਨਾ ਨਹੀਂ ਹੋਇਆ। ਦੱਸੋ ਕਰੋਨਾ ਹੈ ਕਿੱਥੇ? ਕਰੋਨਾ ਨਾਂ ਦੀ ਕੋਈ ਚੀਜ਼ ਨਹੀਂ ਹੈ। ਕਰੋਨਾ ਖਾਲੀ ਫਰਾਡ ਹੈ। ਕਰੋਨਾ ਉੱਥੇ ਆਉਂਦਾ ਹੈ ਜਿੱਥੇ ਅੰਦੋਲਨ ਹੋਏ, ਕਰੋਨਾ ਉੱਥੋਂ ਭੱਜ ਜਾਂਦਾ ਹੈ ਜਿੱਥੇ ਮੋਦੀ ਦਾ ਇਲੈਕਸ਼ਨ ਹੋਏ ਜਾਂ ਮੋਦੀ ਦਾ ਸਭਾ ਹੋਵੇ। ਸਰਕਾਰਾਂ ਦੇ ਵੱਲੋਂ ਕੱਲ੍ਹ ਨਵੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਕਿ ਸਿਆਸੀ ਰੈਲੀਆਂ ਜਾਂ ਦੂਸਰੀਆਂ ਰੈਲੀਆਂ ਕੋਈ ਵੀ ਨਹੀਂ ਹੋਣਗੀਆਂ। ਅਗਰ ਹੋਣਗੀਆਂ ਤੇ ਉਸ ਰੈਲੀ ਦੇ ਆਗੂਆਂ ਤੇ ਕੇਸ ਦਰਜ ਹੋਣਗੇ। ਅਗਰ ਬਟਾਲੇ ਦੇ ਵਿੱਚ ਗੁਰਨਾਮ ਸਿੰਘ ਝਰੂਡੀ ਤੇ ਕੇਸ ਦਰਜ ਹੋ ਜਾਂਦਾ ਤੇ ਫਿਰ ਕੀ ਰਹੇਗਾ? ਮੈਂ ਰੈਲੀ ਕਰਕੇ ਚੱਲਿਆ, ਫੜ ਲੈਣ ਮੇਰੇ ਨਾਲ ਫੌਜ ਤੇ ਨਹੀਂ ਹੈ ਨਾ। ਫੜ ਲੈਣ, ਹੁਣ ਫੜ ਲੈਣ ਜੇ ਹੈ ਹਿੰਮਤ ਇਹਨਾਂ 'ਚ ਕਰ ਲੈਣ ਮੁਕੱਦਮੇ ਦਰਜ ਨਹੀਂ ਕਰਦੇ। 35 40 ਪਹਿਲਾਂ ਹੋਏ ਨੇ, ਹੋਰ ਹੋ ਜਾਣਗੇ ਜਿਹੜੇ ਹੋਣਗੇ। ਇਹ ਮੁਕੱਦਮੇ ਤੋਂ ਕੋਈ ਨਹੀਂ ਡਰਦੇ ਨਾ ਡਰ ਕੇ ਅੰਦੋਲਨ ਹੁੰਦਾ ਹੈ। ਸਾਡਾ ਖੁੱਲਾ ਚੈਲੰਜ ਹੈ, ਜੇ ਜੋ ਕਰਨਾ ਕਰ ਲੈ ਸਰਕਾਰ। ਆਪਾਂ ਕਰਤੀ ਰੈਲੀ ਕਰ ਲੈਣ, ਕੀ ਕਰਦੇ? ਕਦੋਂ ਤੱਕ ਫਿਰ ਅੰਦੋਲਨ ਜਾਰੀ ਰਹੇਗਾ? ਕਿਉਂਕਿ ਜਿੱਤ ਤੇ ਹਾਲੇ ਦਿਖਾਈ ਨਹੀਂ ਦੇ ਰਹੀ ਕਿਤੇ। ਹਾਰ ਵੀ ਦਿਖਾਈ ਨਹੀਂ ਦੇ ਰਹੀ। ਜੇ ਜਿੱਤ ਦਿਖਾਈ ਨਹੀਂ ਦੇ ਰਹੀ ਤੇ ਹਾਰ ਵੀ ਦਿਖਾਈ ਨਹੀਂ ਦੇ ਰਹੀ। ਅਸੀਂ ਮੋਰਚੇ ਡਟੇ ਹੋਏ ਆ, ਆਖਰੀ ਸਾਹ ਤੱਕ ਲੜਾਂਗੇ। ਹੁਣ ਜੀ ਸਰਕਾਰ ਇਕੱਲੀ ਦੇਖੋ ਇੰਡੀਆ ਸਰਕਾਰ ਨਾਲ ਨਹੀਂ, ਕੋਰਪੋਰੇਟਸ ਨਾਲ ਹੈ ਨਾ, ਗੋਦੀ ਮੀਡੀਆ ਨਾਲ ਬਹੁਤ ਅਸੀਂ ਅਮਰੀਕਾ ਦੀਆਂ ਸ਼ਕਤੀਆਂ ਨਾਲ, WTO ਨਾਲ, WF ਨਾਲ, IMF ਨਾਲ, ਵਰਲਡ ਬੈਂਕ ਨਾਲ, UN ਨਾਲ ਵੀ ਤੱਕ ਵੀ ਸਾਡੀ ਹੁਣ ਟਕਰਾਵ ਹੈ ਨਾ ਤਕਰੀਬਨ। ਹੁਣ ਸਾਰਾ ਵਰਲਡ ਸਾਡੀ ਤਰਫ ਦੇਖ ਰਿਹਾ ਵੀ ਇੰਡੀਆ ਦੀ ਅੰਦਰ ਇੱਕ ਅੰਦੋਲਨ ਚੱਲਿਆ ਹੋਇਆ ਵੀ ਉਹ ਸਾਡੇ ਸਾਰੇ ਦੇਸ਼, ਸਾਰੇ ਵਰਲਡ ਦੀ ਕਿਸਾਨੀ ਨੂੰ ਦੁਬਾਰਾ ਬਚਾਊਗਾ। ਵੀ ਜਿਹੜੀ ਇਹ ਸੋਚ ਹੈ ਕੋਰਪੋਰੇਟ ਦੀ ਵੀ ਸਾਡੇ ਬਣਾਏ ਹੋਏ ਪ੍ਰਧਾਨ ਮੰਤਰੀ ਸਾਰੇ ਆਪਣੇ ਵਰਲਡ 'ਚ ਹੋਣੇ ਚਾਹੀਦੇ ਵੀ ਅਸੀਂ ਸਾਰੀ ਦੁਨੀਆ ਤੇ ਕਬਜ਼ਾ ਕਰੀਏ। ਇਹ ਕੋਰਪੋਰੇਟ ਦੀ ਸੋਚ ਹੈ। ਇਹੀ ਪ੍ਰਧਾਨ ਮੰਤਰੀ ਸਾਡਾ ਅੰਬਾਨੀ ਅਡਾਨੀ ਨੇ ਬਣਾਇਆ ਸੀ, ਕਿਉਂਕਿ ਇਹ ਦੇਸ਼ ਦਾ ਪ੍ਰਧਾਨ ਮੰਤਰੀ ਹੈਗਾ, ਅੰਬਾਨੀ ਅਡਾਨੀ ਦਾ ਪ੍ਰਧਾਨ ਮੰਤਰੀ ਹੈ। ਤੇ ਇਸ ਲਈ ਟਾਈਮ ਤਾਂ ਲੱਗੂਗਾ ਵੀ ਬਹੁਤ ਵੱਡੀ ਸਰਕਾਰ ਨਾਲ ਪੰਗੇ ਹੋਗੇ। ਪਰ ਇਹ ਹੈ ਵੀ ਜਨੂਨ ਨਾਲ, ਉਸੇ ਜਜ਼ਬੇ ਨਾਲ, ਪਹਿਲੇ ਦਿਨ ਵਾਲੇ ਜਜ਼ਬੇ ਨਾਲ ਸਾਰੇ ਲੋਕ ਉੱਥੇ ਦਿੱਲੀ ਬਾਰਡਰ ਤੇ ਵੀ ਡਟੇ ਹੋਏ ਆ। ਪਿੱਛੇ ਵੀ ਜਿਹੜੀ ਮਾਂ ਪੰਚਾਇਤਾਂ ਹੋ ਰਹੀ ਹੈ ਇੱਕੋ ਸੰਕਲਪ ਨਾਲ ਹੋ ਰਹੇ ਨੇ ਸਾਰਾ ਦਾ ਵੀ ਤਿੰਨੋਂ ਕਾਨੂੰਨ ਰੱਦ ਕਰਾਣੇ ਤੇ MSP ਗਰੰਟੀ ਕਾਨੂੰਨ ਲੈਣਾ ਹੈ ਨਾ। ਲੱਗਦਾ ਨਹੀਂ ਕਿ ਕਿਸਾਨ ਜਥੇਬੰਦੀਆਂ ਨੂੰ ਇਕਜੁੱਟ ਹੋ ਕੇ ਇੱਕ ਸਟੇਜ ਦੇ ਉੱਤੇ ਹੀ ਇਦਾਂ ਦੀਆਂ ਕਿਸਾਨ ਮਹਾਸਭਾ ਕਰਵਾਉਣੀ ਚਾਹੀਦੀ? ਬਿਲਕੁਲ, ਅਸੀਂ ਤਾਂ ਕਹਿੰਦੇ ਹਾਂ ਦੇਖੋ ਇਹ ਹਰਿਆਣੇ ਪੰਜਾਬ 'ਚ ਜਿਹੜੀਆਂ ਵੀ ਮਾਂ ਪੰਚਾਇਤਾਂ ਹੋ ਰਹੀਆਂ ਬੰਦ ਹੋਣੀ ਚਾਹੀਦੀਆਂ। ਅਸੀਂ ਬਾਰ-ਬਾਰ ਬੇਨਤੀ ਵੀ ਕਰਦੇ ਹਾਂ ਨਾ, ਤਕਰੀਬਨ ਹਰ ਪਲੇਟਫਾਰਮ ਤੇ ਕਰਦੇ ਹਾਂ ਵੀ ਇਹ ਬੰਦ ਕਰੋਗੇ। ਜਿਹੜੀ ਲੋੜ ਹੈ ਨਾ ਸਾਨੂੰ, ਕਿਉਂਕਿ ਸਾਨੂੰ ਤਾਂ ਪਤਾ ਹੈ ਅਸੀਂ ਤਾਂ ਜਾਗਰੂਕ ਹੈ ਪਹਿਲੇ ਤੋਂ ਹਰਿਆਣਾ ਪੰਜਾਬ ਵਾਲੇ। ਜੇ ਸਾਨੂੰ ਜਾਗਰੂਕ ਕਰਨਾ ਹੈ ਨਾ, ਜਿਹੜੇ ਸਟੇਟਾਂ 'ਚ ਇਲੈਕਸ਼ਨ ਨੇ ਉੱਥੇ ਜਾਂ UP 'ਚ ਜਾਂ ਉੱਤਰਾਖੰਡ ਜਾਂ ਫਿਰ ਆਪਣਾ MP 'ਚ ਇੱਥੇ ਜਾ ਕੇ ਵੀ ਉਹਨੂੰ ਸਮਝਾਓ ਵੀ MSP ਚੀਜ਼ ਕੀ ਹੈ ਨਾ। ਕਿਉਂਕਿ ਸਾਡੇ ਅਸੀਂ ਅਗਰ ਥੋੜ੍ਹੇ ਬਹੁਤੇ ਸਮਰਿੱਧ ਵੀ ਹੈਗੇ ਆ ਨਾ, ਤਾਂ ਇਸ ਕਰਕੇ ਵੀ ਸਾਡੇ ਕੋਲ MSP ਹੈ। ਅਸੀਂ ਅੱਜ ਅੰਦੋਲਨ ਕਰਿਆ ਜੇ ਥੋੜ੍ਹੇ ਬਹੁਤੇ ਉੱਠੇ ਇਸ ਕਰਕੇ ਵੀ ਸਾਡੇ ਕੋਲ 2 ਪੈਸੇ ਨੇ ਹੈ ਨਾ, ਸਾਡੇ ਕੋਲ ਸਾਧਨ ਨੇ। ਉਹਨਾਂ ਨੂੰ ਬਿਹਾਰ ਵਾਲਿਆਂ ਨੂੰ ਸਮਝਾਉਣ ਦੀ ਲੋੜ ਹੈ ਵੀ MSP ਦਾ ਕਿੰਨਾ ਫਾਇਦਾ ਹੈ ਨਾ। ਵੀ ਜਦੋਂ ਦੇਸ਼ ਦੇ ਸਾਰੇ ਕਿਸਾਨ ਨੂੰ MSP ਮਿਲੇਗੀ, ਵਧੀਆ ਰੇਟ ਮਿਲਣਗੇ ਨਾ, ਤਾਂ ਉਹ ਸਾਰੇ ਦਾ ਸਾਰਾ ਦੇਸ਼ ਵੀ ਤਰੱਕੀ ਕਰੂਗਾ, ਮਜ਼ਦੂਰ ਵੀ ਤਰੱਕੀ ਕਰੂਗਾ, ਸਾਰਾ ਵਰਗ ਤਰੱਕੀ ਕਰੂਗਾ। ਤਾਂ ਸਮਝਾਉਣ ਦੀ ਜ਼ਰੂਰਤ ਹੈ। ਦੇਖੋ ਜੀ ਪਹਿਲੀ ਗੱਲ ਤਾਂ ਕਰੋਨਾ ਹੈਗਾ ਨਹੀਂ ਨਾ। ਕਰੋਨਾ ਤਾਂ BJP ਵਾਲਿਆਂ ਦਾ, ਜਿੱਧਰ ਨੂੰ ਇਹ ਕਹਿੰਦੇ ਨੇ ਉੱਧਰ ਨੂੰ ਚਲਿਆ ਜਾਂਦਾ ਹੈ ਨਾ। ਇਹ ਜਿੱਧਰ ਨੂੰ ਇਲੈਕਸ਼ਨ ਹੁੰਦੇ ਉੱਧਰਲੀ ਸਾਈਡ ਤੋਂ ਦੂਜੀ ਸਾਈਡ ਭੇਜ ਦਿੰਦੇ ਨੇ। ਇਹ ਤਾਂ ਇੰਟਰਨੈਸ਼ਨਲ ਸਕੈਮ ਹੈ, ਇੱਕ ਸਾਨੂੰ ਲੁੱਟਣ ਵਾਸਤੇ ਹੈ ਨਾ। ਕਿਉਂਕਿ ਯਾਰ ਇਹਨਾਂ ਨੇ ਨਾ ਸਾਨੂੰ ਦੇਖ ਲਿਆ ਵੀ ਇਹ ਲੋਕ ਬੋਲਦੇ ਨਹੀਂ ਹੈਗੇ ਹੈ ਨਾ। ਜੇ ਅਸੀਂ ਅੱਜ ਇੰਨੀ ਮੁਸੀਬਤਾਂ ਚੱਲ ਰਹੇ ਹਾਂ, ਦਿੱਲੀ ਬਾਰਡਰ ਤੇ ਬੈਠੇ ਆ, ਸਾਡਾ ਦੇਸ਼ ਹੀ ਨਹੀਂ ਥੱਲੇ ਤੇ ਜਾ ਰਿਹਾ। ਇਸ ਕਰਕੇ ਕਿ ਅਸੀਂ ਆਪਣੇ ਹੱਕ ਨਹੀਂ ਮੰਗੇ, ਅਸੀਂ ਬੋਲਿਆ ਨਹੀਂ। ਇਹਨਾਂ ਨੇ ਟਾਈਮ ਨਾਲ ਸਾਨੂੰ ਕਮਜ਼ੋਰ ਕੀਤਾ। ਜਿਵੇਂ ਕਰੋਨਾ ਦੇ ਅੰਦਰ ਇਹਨਾਂ ਨੇ ਕਹਿਤਾ, ਇਹ ਫੜਦੇ ਆ ਸਾਨੂੰ ਵੀ ਇਹ ਮਾਨਸਿਕ ਗੁਲਾਮ ਨੇ ਸੀ ਇੱਕ ਤਰੀਕੇ ਦੇ ਨਾ। ਇਹਨਾਂ ਨੇ ਕਹਿਤਾ ਤਾਲੀ ਵਜਾ ਦਿਓ,
ਥਾਲੀ ਵਜਾਤੀ, ਤਾੜੀ ਵਜਾ ਦੋ, ਤਾੜੀ ਵਜਾਤੀ ਹੈ ਨਾ। ਕਰੋਨਾ ਦੇ ਨਾਮ ਦੇ ਚਲਾਨ ਕੱਟਣ ਲੱਗੇ, ਦਿੰਦੇ ਨੇ ਲੋਕ ਸਾਰੇ ਦੇ ਸਾਰੇ, ਜਦ ਹੈ ਹੀ ਨਹੀਂ ਇਹੋ ਜਿਹੀ ਚੀਜ਼ ਹੈ ਨਾ। ਆਪਸ 'ਚ ਲੜਾਉਂਦੇ ਨੇ, ਇਹਨੂੰ ਫੜ ਲਿਆ ਵੀ ਇਹਨੂੰ ਪਹਿਲਾਂ ਆਪਸ 'ਚ ਲੜਦੇ ਨੇ, ਕਿੱਥੇ ਬੋਲ ਲੈਣਗੇ। ਪਿੰਡਾਂ 'ਚ ਰਾਜਨੀਤੀ ਬਾੜਦੀ ਧਰਮ ਦੇ ਨਾਂ ਤੇ ਹੈ ਨਾ, ਆਇਆ ਆਪਣੇ ਜਾਤ-ਪਾਤ ਦੇ ਨਾਂ ਤੇ। ਤਾਂ ਅਸੀਂ ਨਾ ਥੋੜੇ ਦਬੇ ਹੋਏ ਆ, ਸਾਨੂੰ ਸਾਰਿਆਂ ਨੂੰ ਉੱਠਣ ਦੀ ਲੋੜ ਹੈਗੀ ਆ। ਇਹ ਕਰੋਨਾ ਕੋਈ ਚੀਜ਼ ਨਹੀਂ ਹੈਗੀ, ਸਭ ਨੂੰ ਪਤਾ। ਅਸੀਂ ਬਹੁਤ ਟਾਈਮ ਤੋਂ ਰੈਲੀਆਂ ਵੀ ਕਰਦੇ ਆ, 4 ਮਹੀਨੇ ਦੇ ਉੱਤੇ ਬੈਠੇ, ਕਿਸੇ ਨਾ ਮੇਰੇ ਸਾਥੀ ਨੇ ਨਾ ਸਾਨੂੰ। ਅਜੇ ਇੰਟਰਨੈਸ਼ਨਲ ਸਕੈਮ ਹੈ। ਕੀ ਕਹਿਣਾ ਚਾਹੋਗੇ ਅੱਜ ਦੀ ਇਸ ਕਿਸਾਨ ਮਹਾਸਭਾ ਨੂੰ ਲੈ ਕੇ? ਲਗਾਤਾਰ ਹੀ ਹੋ ਰਹੀਆਂ ਨੇ ਪਰ ਕੋਈ ਨਤੀਜਾ ਤੁਹਾਨੂੰ ਲੱਗਦਾ ਹੋਣਾ। ਮੈਂ ਤਾਂ ਬਹੁਤ ਜ਼ਿਆਦਾ ਖੁਸ਼ ਹਾਂ, ਚੜ੍ਹਦੀ ਕਲਾ 'ਚ। ਹੁਣੇ ਲਾਸਟ ਵੀਕ ਮੈਂ ਦਿੱਲੀ ਬਾਰਡਰ ਤੇ ਸੀਗਾ, ਅੱਜ ਸਾਡੇ ਕਮੈਨ ਲੱਗੀ ਹੋਈ ਹੈ, ਕਣਕ ਕੱਟ ਰਹੀ ਹੈ ਔਰ ਕਾਫਲਾ ਵੱਡੇ ਹੁੰਦੇ ਜਾ ਰਹੇ ਆ, ਲੋਕਾਂ 'ਚ ਜਾਗ੍ਰਿਤੀ ਆ ਰਹੀ ਹੈ। ਈਵਨ ਕਿ ਸਾਡੇ ਇੰਡੀਆ ਦੇ ਕਈ ਕਿਸਾਨ ਵਿਚਾਰਿਆਂ ਨੂੰ ਇਹ ਨਹੀਂ ਪਤਾ ਸੀਗਾ ਕਿ MSP ਹੈ ਕੀ ਹੈ ਤੇ ਉਹਨਾਂ ਦੀ ਫਸਲ ਦੀ MSP ਕੀ ਹੈ, ਉਹਨਾਂ ਨੂੰ ਅੱਜ ਤੱਕ ਮਿਲੀ ਨਹੀਂ 70 ਸਾਲਾਂ 'ਚ। ਉਹ ਜਾਗਰਤ ਹੋ ਰਹੇ ਆ। ਔਰ ਦਿੱਲੀ ਬਾਰਡਰ ਦੀ ਜੇ ਗੱਲ ਕਰੀਏ, ਉੱਥੇ ਟਰਾਲੀਆਂ ਕਾਫੀ ਘਰਾਂ ਨੂੰ ਆ ਗਈਆਂ ਨੇ ਕਣਕ ਕੱਟਣ ਲਈ, ਉੱਥੇ ਝੁੱਗੀਆਂ ਬਣ ਗਈਆਂ ਨੇ, ਛੱਪਰ ਪੈ ਗਏ ਨੇ ਗਰਮੀ ਤੋਂ। ਔਰ ਉੱਥੇ ਜਿਹੜੇ ਮੇਰੇ ਵਰਗੇ ਪਿੰਨੀਆਂ ਖਾਣੇ ਸੀਗੇ ਉਹ ਨਹੀਂ ਜਾ ਰਹੇ ਉੱਥੇ ਜੈਨੂਅਨ ਘੈਂਟ ਇਨਸਾਨ ਜਿਹੜੇ ਉਹ ਬੈਠੇ ਉੱਥੇ ਚੜ੍ਹਦੀ ਕਲਾ 'ਚ ਨੇ ਔਰ ਅੰਦੋਲਨ ਵੱਡਾ ਹੋ ਰਿਹਾ ਹੈ। FCI ਦੇ ਮਾਧਿਅਮ ਦੇ ਰਾਹੀਂ ਕੇਂਦਰ ਸਰਕਾਰ ਨਵੀਆਂ ਪਾਲਿਸੀਆਂ ਲਿਆ ਰਹੀ ਹੈ, ਜਿਹਦੇ ਵਿੱਚ ਆੜ੍ਹਤੀਆਂ ਤੇ ਕਿਸਾਨਾਂ ਨੂੰ ਵੀ ਗ੍ਰਸਿਆ ਜਾ ਰਿਹਾ ਨਵੀਆਂ ਪਾਲਿਸੀਆਂ ਦੇ ਤਹਿਤ। ਕੀ ਸਮਝਦੇ ਹੋ ਇਸ ਤਰ੍ਹਾਂ ਦੀ ਪਾਲਿਸੀ? ਬਿਲਕੁਲ ਕੋਈ ਵੀ ਜਿਹੜੀ ਸਰਕਾਰ ਹੁੰਦੀ ਹੈ ਨਾ, ਉਹ ਲੋਕਾਂ ਲਈ ਹੁੰਦੀ ਹੈ ਨਾ। ਜੇ ਜਿਨ੍ਹਾਂ ਲਈ ਕਾਨੂੰਨ ਬਣਾਉਣਾ, ਹੁਣ ਕਿਸਾਨੀ ਦੇ ਕਾਨੂੰਨਾਂ ਦਾ ਰੌਲਾ ਤਾਂ ਹੀ ਪਿਆ ਨਾ, ਕਿਸਾਨਾਂ ਨੂੰ ਪੁੱਛਿਆ ਨਹੀਂ ਗਿਆ ਵਿਚਾਰਿਆਂ ਨੂੰ। ਹੁਣ ਤੁਹਾਨੂੰ ਪਤਾ, ਤੁਸੀਂ ਮੀਡੀਆ ਤੋਂ ਜੁੜੇ ਹੋਏ ਹੋ ਕਿ ਇੱਕ ਪੱਤਰਕਾਰ ਦੀ ਪ੍ਰੋਬਲਮ ਸਕੀਨ ਹੈ ਨਾ। ਤੁਸੀਂ ਹੁਣ ਕਿੰਨੇ ਪਰੇਸ਼ਾਨ ਹੋ ਰਹੇ ਹੋ ਇੱਥੇ ਆ ਕੇ, ਬਾਈਟ ਲੈਣੀ ਹੈ, ਧੁੱਪ ਗਰਮੀ ਛਾਂ ਭੁੱਖ, ਤੁਹਾਨੂੰ ਹੈ ਨਾ ਕੋਈ ਨਹੀਂ ਦਿਖਦਾ ਤੁਹਾਨੂੰ। ਤੁਹਾਡੇ ਲਈ ਵੀ ਕਾਨੂੰਨ ਆ ਗਿਆ, ਸ਼ਾਇਦ ਤੁਹਾਨੂੰ ਪਤਾ ਨਹੀਂ। ਕੱਲ੍ਹ ਨਵੀਂ ਗਾਈਡਲਾਈਨ ਆਈ ਹੈ ਮੀਡੀਆ ਲਈ, ਤੇ ਮੀਡੀਆ ਦਾ ਚੈਨਲ 2 ਸਾਲ ਪੁਰਾਣਾ ਹੋਣਾ ਚਾਹੀਦਾ। ਹੋਰ ਵੀ ਕਾਫੀ ਚੀਜ਼ਾਂ ਨੇ ਹੈ ਨਾ, ਜਿਨ੍ਹਾਂ ਲਈ ਕਾਨੂੰਨ ਬਣਿਆ ਉਹਨਾਂ ਨੂੰ ਜ਼ਰੂਰ ਪੁੱਛਣਾ ਚਾਹੀਦਾ। ਜੇ ਆੜ੍ਹਤੀਆਂ ਨੂੰ ਜਾਂ ਹੋਰ ਕਿਸੇ ਨੂੰ ਲੱਗ ਰਿਹਾ ਤਾਂ ਆਈ ਥਿੰਕ ਗਵਰਨਮੈਂਟ ਨੂੰ ਸੋਚਣਾ ਚਾਹੀਦਾ। ਔਰ ਜਿਹਨੂੰ ਲੱਗਦਾ ਹੈ ਕਿ ਸਾਡੇ ਹੱਕਾਂ ਦੇ ਪ੍ਰੋਬਲਮ ਹੈ, ਡੈਮੋਕ੍ਰੇਸੀ ਨੇ ਜੋ ਸਾਨੂੰ ਰਾਈਟ ਦਿੱਤਾ ਹੈ, ਸਾਨੂੰ ਯੂਜ਼ ਕਰਕੇ ਪ੍ਰੋਟੈਸਟ ਕਰਨਾ ਚਾਹੀਦਾ। ਜਿਹੜੇ ਕੇਂਦਰੀ ਮੰਤਰੀ ਨੇ ਹਰਸ਼ਵਰਧਨ, ਉਹਨਾਂ ਨੇ ਕੱਲ ਇੱਕ ਬਿਆਨ ਦਿੱਤਾ, ਕਿਸਾਨਾਂ ਦੇ ਵਿਰੁੱਧ ਬਿਆਨ ਦਿੱਤਾ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਜਿਹੜਾ 80% ਕਰੋਨਾ ਫੈਲ ਰਿਹਾ ਹੈ, ਉਹ ਕਿਸਾਨੀ ਅੰਦੋਲਨ ਉਹਦਾ ਉਹਨਾਂ ਨੂੰ ਵੀਡੀਓਜ਼ ਦਿਖਾ ਦਿਓ ਉਹਨਾਂ ਦੀ। ਹੁਣ ਜਿੱਦਾਂ ਬੰਗਾਲ 'ਚ ਰਿਐਕਸ਼ਨ ਹੋਇਆ, ਪ੍ਰਾਈਮ ਮਿਨਿਸਟਰ ਸਾਹਿਬ ਦੇ ਜਿਹੜੇ ਸੋਸ਼ਲ ਮੀਡੀਆ ਤੇ ਵੱਡੀਆਂ ਰੈਲੀਆਂ ਦੇ ਡਰੋਨ ਦੇ ਸ਼ਾਟ ਨੇ, ਉਹ ਭੇਜ ਦਿਓ ਉਹਨਾਂ ਨੂੰ, ਆਪੇ ਚੁੱਪ ਹੋ ਜਾਣਗੇ। ਕੀ ਸਮਝਦੇ ਹੋ ਅੱਜ ਦੇ ਵੀ ਜਿਹੜੀ ਰੈਲੀ ਹੋਈ ਹੈ, ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਐਲਾਨ ਕਰ ਦਿੱਤਾ ਸੀ ਕਿ ਜਿਹੜੀਆਂ ਵੀ ਹੁਣ ਰੈਲੀਆਂ ਨੇ ਰੱਦ ਨੇ, ਜਿਹੜੀਆਂ ਹੋਣਗੀਆਂ ਰੈਲੀਆਂ ਉਹ 'ਚ ਜਿਹੜੇ ਨੇਤਾ ਸ਼ਾਮਲ ਹੋਣਗੇ ਉਹਨਾਂ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ। ਕੀ ਕਹਿਣਾ ਚਾਹੁੰਦੇ ਹੋ? ਅੱਜ ਤੁਸੀਂ ਸਟੇਜ 'ਤੇ ਬੈਠੇ ਹੋ, ਜੇ ਸਰਕਾਰ ਤੁਹਾਡੇ ਉੱਤੇ ਪ੍ਰੋਟੈਕਟ ਕਰ ਦਿੰਦੀ ਹੈ, ਕੇਸ ਦਰਜ ਕਰ ਦਿੰਦੀ ਹੈ? ਜਿੱਥੇ ਤੱਕ ਮੇਰੀ ਨੌਲੇਜ ਹੈ, ਇਹਨਾਂ ਨੇ ਪਰਮਿਸ਼ਨ ਲੈ ਕੇ ਕੀਤਾ ਇਹ। ਪਰ ਜੇ ਕਿਸਾਨੀ ਅੰਦੋਲਨ ਲਈ ਜੇ ਇੱਦਾਂ ਦਾ ਕੁਝ ਹੁੰਦਾ ਹੈ, ਉਹ ਸਾਡੇ 'ਤੇ ਪਰਚਾ ਹੋ ਸਕਦਾ, ਤਾਂ ਆਪਾਂ ਤਿਆਰ ਹਾਂ, ਕੋਈ ਪਰਵਾਹ ਨਹੀਂ। ਪਰ ਜਿੱਥੇ ਸਾਨੂੰ ਆਪਣੇ ਹੱਕਾਂ ਲਈ ਖੜਨਾ ਪੈਣਾ ਜਾਂ ਸਾਨੂੰ ਕੋਈ ਬੁਲਾਏਗਾ, ਆਪਾਂ ਜ਼ਰੂਰ ਜਾਵਾਂਗੇ। ਇੱਕ ਨਵਾਂ ਗਾਣਾ ਆ ਰਿਹਾ ਬਹੁਤ ਛੇਤੀ, ਹੌਸਲੇ ਬੁਲੰਦ, ਉਹ ਸੁਣਾਉਣਾ ਮੈਂ। ਉਹ ਕਰਦਾ ਸਪੋਰਟ ਹਰਿਆਣਾ ਦੱਬ ਕੇ, ਯੂਪੀ ਵਾਲੇ ਯਾਰ ਵੀ ਖੜੇ ਨੇ ਗੱਡ ਕੇ, ਸਾਡੇ ਬਾਰੇ ਬੋਲੇ ਨੈਸ਼ਨਲ ਮੀਡੀਆ, ਉਹ ਵੇਖ ਤੇਰੇ ਜੁੜ ਗਏ ਨੇ ਦੰਦ ਦਿੱਲੀਏ, ਦਬੇ ਨਾ ਕਿਸਾਨ ਹੱਕ ਲੈ ਕੇ ਰਹੂਗਾ, ਹਜੇ ਵੀ ਨੇ ਹੌਸਲੇ ਬੁਲੰਦ ਦਿੱਲੀਏ, ਉਹ ਦਬੇ ਨਾ ਕਿਸਾਨ ਹੱਕ ਲੈ ਕੇ ਰਹੂਗਾ, ਹਜੇ ਵੀ ਨੇ ਹੌਸਲੇ ਬੁਲੰਦ ਦਿੱਲੀਏ। ਸੁਣਵਾਈ ਨਹੀਂ ਕਰਦਾ ਦੇ ਰਿਹਾ, ਕੀ ਸਮਝਦੇ ਹੋ? ਆਕੜ ਹੈ ਕਿ ਸੰਘਰਸ਼ਨ ਦਾ ਦੇਖੋ, ਸੰਘਰਸ਼ ਇਸ ਵੇਲੇ ਆਪਾਂ ਇਹ ਨਹੀਂ ਕਹਾਂਗੇ ਕਿ ਸਿਰਫ ਇੰਡੀਆ ਦੇ ਵਿੱਚ ਹੀ ਰਹਿ ਗਿਆ। ਸੰਘਰਸ਼ ਓਵਰਆਲ ਸ਼ੁਰੂ ਹੋ ਚੁੱਕਾ ਤੇ ਕਾਰਪੋਰੇਟ ਦੇ ਟੋਟਲੀ ਖਿਲਾਫ ਸ਼ੁਰੂ ਹੋ ਚੁੱਕਾ। ਤੇ ਇਹ ਸੰਘਰਸ਼ ਜਿਹੜਾ ਇਹ ਦੁਨੀਆ ਪੱਧਰ ਦੇ ਉੱਤੇ ਜਦੋਂ ਪਹੁੰਚ ਗਿਆ ਤਾਂ ਬਹੁਤ ਸੋਹਣਾ ਮੋੜ ਲੈ ਕੇ ਵਾਪਸ ਮੁੜੇਗਾ ਔਰ ਚੜ੍ਹਦੀ ਕਲਾ ਰਹੇਗੀ। ਵਾਹਿਗੁਰੂ ਮੇਰੀ। ਕੀ ਸਮਝਦੇ ਹੋ ਨਵੀਆਂ ਜਿਹੜੀਆਂ ਪਾਲਿਸੀਆਂ ਲਿਆਂਦੀਆਂ ਜਾ ਰਹੀਆਂ ਨੇ, ਕਿਸਾਨਾਂ ਨੂੰ ਦਬਾਇਆ ਜਾ ਰਿਹਾ, ਕਿਸਾਨਾਂ ਨੂੰ ਝੂਠਾ ਕਿਹਾ ਜਾ ਰਿਹਾ, ਜਾਂ ਫਿਰ ਜਿਹੜੇ ਕੇਂਦਰੀ ਮੰਤਰੀ ਨੇ ਹਰਸ਼ਵਰਧਨ, ਉਹਨਾਂ ਨੇ ਵੀ ਕੱਲ੍ਹ ਬਿਆਨ ਦਿੱਤਾ ਕਿਸਾਨਾਂ ਦੇ ਖਿਲਾਫ ਕਿ ਜਿਹੜਾ ਪੰਜਾਬ ਦੇ ਵਿੱਚ 80% ਕਰੋਨਾ ਛਾ ਰਿਹਾ ਹੈ, ਉਹ ਕਿਸਾਨੀ ਅੰਦੋਲਨ ਦਾ ਹੀ ਕਾਰਨ ਹੈ। ਦੇਖੋ, ਇਹਦੀ ਨਾ ਇੱਕ ਐਗਜ਼ਾਮਪਲ ਦਿੰਦਾ ਕਿ ਜਦੋਂ ਆਪਾਂ ਕਿਸੇ ਨਾਲ ਟਕਰਾਰ ਦੇ ਵਿੱਚ ਹੋਈਏ ਨਾ, ਅਸੀਂ ਤਦ ਤੱਕ ਰਿਵਰਟ ਨਹੀਂ ਕਰਦੇ ਜਦ ਤੱਕ ਉਹ ਸਿੱਧਾ ਹਮਲਾ ਨਹੀਂ ਕਰਦਾ। ਇਹ ਹੁਣ ਸਿੱਧਾ ਹਮਲਾ ਹੋਣਾ ਸ਼ੁਰੂ ਹੋ ਗਿਆ, ਹੁਣ ਟਕਰਾਰ ਉਸ ਤੋਂ ਵੀ ਵੱਡੀ ਹੈ। ਲੱਗਦਾ ਨਹੀਂ ਕਿ ਅਲੱਗ-ਅਲੱਗ ਮਹਾਸਭਾ ਕਰਾਉਣ ਨਾਲੋਂ ਇੱਕ ਜਗ੍ਹਾ ਤੇ ਇਕਜੁੱਟ ਹੋ ਜਾਣਾ ਚਾਹੀਦਾ ਕਿਸਾਨ ਜਥੇਬੰਦੀਆਂ? ਕਿਸਾਨ ਜਥੇਬੰਦੀਆਂ ਇਕਜੁੱਟ ਹੀ ਨੇ, ਬਾਕੀ ਵਿਚਾਰਕ ਤੌਰ ਤੇ ਮਤਭੇਦ ਚੱਲਦੇ ਰਹਿੰਦੇ ਨੇ, ਪਰ ਇੱਕ ਤਾਂ ਉਸੇ ਤਰ੍ਹਾਂ ਹੀ ਹੈ। ਜਿੱਤ ਹੋਏਗੀ? ਜ਼ਰੂਰ होगी। फरीदकोट सीआईए स्टाफ और पुलिस के द्वारा नाकेबंदी के दौरान बाइक सवार 2 नशा तस्करों को गिरफ्तार किया गया है, जिनके पास से 600 नशीली गोलियां और 1,40,000 रुपए ड्रग मनी बरामद किया गया है।
जानकारी देते हुए अधिकारी सुखदर्शन शर्मा ने बताया कि नाकेबंदी के दौरान बाइक सवार 2 व्यक्तियों को काबू किया गया है, जिनके पास से 600 नशीली गोलियां और 1,40,000 की ड्रग मनी बरामद की गई है। इसके खिलाफ नशा एक्ट के तहत मामला दर्ज कर अदालत में पेश किया जा रहा है। उन्होंने बताया कि ये थाना मलोट के गांव घा के रहने वाले हैं और तरन तारन से नशा लाकर बेचते थे। भोले भाले कम उम्र के लड़कों को नशा बेचते थे। इसके खिलाफ पहले भी एनडीपीएस एक्ट के तहत 3 मामले दर्ज हैं। जो नकदी इनके पास से बरामद हुई है वो नशा बेचकर एकत्रित की गई थी। इनके पास से स्प्लेंडर मोटरसाइकिल थी, वो भी कब्जे में ले ली गई है। पूछताछ में और भी खुलासे होने की संभावना है। मानयोग एसएसपी साहब श्री स्वरनदीप सिंह जी ਦੀਆਂ ਹਦਾਇਤਾਂ ਅਨੁਸਾਰ ਕੱਲ ਬੱਸ ਸਟਾਪ ਟਹਿਣਾ ਤੇ ਨਾਕਾਬੰਦੀ ਕੀਤੀ ਹੋਈ ਸੀ, ਜਿਸ ਦੌਰਾਨ 2 ਨੌਜਵਾਨਾਂ ਨੂੰ ਮੋਟਰਸਾਈਕਲ ਤੇ ਆਉਂਦਿਆਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ 600 ਨਸ਼ੀਲੀਆਂ ਗੋਲੀਆਂ, 1,40,000 ਰੁਪਏ ਦੀ ਡਰੱਗ ਮਨੀ ਅਤੇ ਇੱਕ ਮੋਟਰਸਾਈਕਲ ਹੀਰੋ ਹਾਂਡਾ ਸਪਲੈਂਡਰ ਬਰਾਮਦ ਕੀਤਾ ਹੈ, ਜਿਨ੍ਹਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਨ੍ਹਾਂ ਤੋਂ ਕਾਫੀ ਅਹਿਮ ਇਨਕਸ਼ਾਫ ਹੋਣ ਦੀ ਸੰਭਾਵਨਾ ਹੈ। ਸਰ ਇਹ ਕਿੱਥੋਂ ਦੇ ਰਹਿਣ ਵਾਲੇ ਸੀ ਔਰ ਕਿੱਧਰੋਂ ਇਹ ਜਿਹੜਾ ਨਸ਼ੀਲਾ ਸਮਾਨ ਲੈ ਕੇ ਆਏ? ਇਹ ਪਿੰਡ ਘੱਗਾ ਥਾਣਾ ਸਦਰ ਮਲੋਟ ਦੇ ਰਹਿਣ ਵਾਲੇ ਆ ਦੋਨੋਂ ਨੌਜਵਾਨ ਅਤੇ ਇਹ ਤਰਨਤਾਰਨ ਸਾਈਡ ਤੋਂ ਸਮਾਨ ਲੈ ਕੇ ਆਉਂਦੇ। ਸਰ ਪਹਿਲਾਂ ਵੀ ਕੋਈ ਇਹਨਾਂ ਦੇ ਖਿਲਾਫ ਕੋਈ ਮਾਮਲਾ ਦਰਜ ਹੈ ਜਾਂ ਕੋਈ ਹੈ ਜੀ? ਇਹਨਾਂ ਦੇ ਪਹਿਲਾਂ ਵੀ 3 ਮੁਕੱਦਮੇ ਐਨਡੀਪੀਐਸ ਤੇ ਲੜਾਈ ਝਗੜਿਆਂ ਦੇ ਦਰਜ ਆ, ਜੋ ਅਦਾਲਤਾਂ ਵਿੱਚ ਚੱਲ ਰਹੇ। ਸਰ ਇਹ ਪਤਾ ਲੱਗਿਆ ਕਿ ਅੱਗੇ ਸਮਾਨ ਕਿਹਨੂੰ ਸਪਲਾਈ ਕਰਦੇ ਸੀ ਜਾਂ ਕੋਈ ਇਹਨਾਂ ਦਾ ਨੈਟਵਰਕ ਕਿਸ ਤਰ੍ਹਾਂ ਚੱਲਦਾ ਸੀ? ਇਹ ਪਿੰਡਾਂ ਦੇ ਛੋਟੇ ਬੱਚਿਆਂ ਨੂੰ ਤੇ ਪੜ੍ਹਨ ਵਾਲੇ ਮੁੰਡਿਆਂ ਨੂੰ ਚਿੱਟਾ ਤੇ ਇਹ ਗੋਲੀਆਂ ਵੇਚਦੇ। ਸਰ ਜਿਹੜੀ ਡਰੱਗ ਮਨੀ ਬਰਾਮਦ ਹੋਈ ਹੈ ਉਹ ਕੋਈ ਪਤਾ ਲੱਗਾ ਉਸ ਬਾਰੇ ਜਾਣਕਾਰੀ ਹੋਈ ਜੀ? ਵੇਚੇ ਹੋਏ ਸਮਾਨ ਤੋਂ ਕਮਾਏ ਹੋਏ ਪੈਸੇ ਆ, ਬਾਕੀ ਹਜੇ ਇਸ ਸੰਬੰਧੀ ਤਫਤੀਸ਼ ਚੱਲ ਰਹੀ है, जो भी सलेत सामने आऊगी तफ्तीश दौरान ध्यान दीजिए। हमारे आज के बुलेटिन में फिलहाल इतना ही। और भी खबरों के अपडेट्स के लिए आप बने रहिए GBN 24 न्यूज के साथ।